हम मैले तुम ऊजल करते, हम निर्गुण तुम दाता। हम मूर्ख तुम चतुर सियाणे, तुम सर्व कला का ज्ञाता। माधो हम ऐसे तू ऐसा, हम पापी तुम पाप खंडन। निको ठाकुर देसा, हम पापी तुम पाप खंडन। निको ठाकुर देसा, सन्मान योग गुरु की साजी हुई साध संगत जी, गुरु साहिब जी दी बख्शिश मेहर दे सदका ही सानू ये जो अमृत वेले दी दात है इस दी प्राप्ति हुई है। क्योंकि गुरु साहब जी दी बख्शिश हुंदी आ जदों आपां अपनी जिहड़ी ये नींद है इनू गुरु अगे भेटा करके अमृत वेले दा लाहा खटदे हाँ। कुड़ियार तो सचियार बनन दी एक कोशिश ते एक चंगा उद्यम करन लई गुरु जी के चरणों दे विच जुड़ना कीता है। बड़े भाग हन सो आओ गुरबाणी दी विचार नूं आरंभ करिए। प्रथम प्यार अदब सत्कार दे नाल आखो जी वाहिगुरु जी का खालसा वाहिगुरु जी की फतेह। अज दा पावन हुक्मनामा सोढी पातशाह सोढी सुल्तान धन धन श्री गुरु रामदास जी महाराज उन्हां दी रसना तो गायन किया है, जो कि राग बिलावल दे विच 799 अंग तो आरंभ होके 800 अंग ते इस दी संपूर्णता हो जाती है। गुरु साहब जी ने इस शब्द दे अंदर कट्ठे बैठ के रब दे प्यारियां दे संग हो के वाहिगुरु प्यारे दी बाणी नूं पढ़ना अते उस नूं विचारना जो कि एक वड्डी दात आ, इस नूं करन लई सानू प्रेरिया है। ये अज दा हुक्मनामा है ते नाम नूं गुरु साहब जी ने बोहित भाव की जहाज, गुरु साहब जी नूं खेवट भाव मिला ते शब्द नूं जिहड़ा चप्पू दस के इस संसार तो तरन दी युगत दसी है।
ਮਨ ਨੂੰ ਸਮਝਾਇਆ ਹੈ ਕਿ ਤੈਨੂੰ ਹੋਰ ਚੀਜ਼ਾਂ ਤੋਂ ਇਲਾਵਾ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ। ਜਿਹੜੇ ਸੁੱਖ ਤੂੰ ਬਾਹਰੋਂ ਲੱਭ ਰਿਹਾ ਹੈ ਉਹ ਅਸਲ ਦੇ ਵਿੱਚ ਤੈਨੂੰ ਪਰਮਾਤਮਾ ਦੀ ਬੰਦਗੀ ਵਿੱਚੋਂ ਹੀ ਲੱਭਣੇ ਨੇ। ਫਿਰ ਤੂੰ ਉਹ ਸੁੱਖ ਲਈ ਬਾਹਰ ਨਾ ਲੱਭ, ਬਾਹਰ ਨਾ ਟੋਲ, ਭਰਮ ਨਾ, ਆਪਣੀ ਰਸਨਾ ਤੋਂ ਹੀ ਉਸ ਕਰਤੇ ਦੀਆਂ ਬਾਤਾਂ ਨੂੰ ਕਹਿਣਾ ਕਰ। ਇਵੇਂ ਤੈਨੂੰ ਉਹ ਆਨੰਦ ਮਿਲੇਗਾ ਜਿਹਨੂੰ ਤੂੰ ਬਹੁਤ ਚਿਰਾਂ ਤੋਂ ਲੱਭਦਾ ਫਿਰਦਾ ਸੀ। ਇਹ ਦੇਹੀ, ਇਹ ਸਰੀਰ ਇੱਕ ਸ਼ਹਿਰ ਆ, ਇਹਦੇ ਵਿੱਚ ਉਹ ਰਸ ਦੀ ਪ੍ਰਾਪਤੀ ਕਿਵੇਂ ਹੋਵੇਗੀ? ਗੁਰੂ ਸਾਹਿਬ ਜੀ ਨੇ ਉਹਦਾ ਜਵਾਬ ਦਿੱਤਾ ਹੈ। ਜਦੋਂ ਇੱਕ ਵਾਰ ਬਾਣੀ ਪੜ੍ਹਦੇ ਹਾਂ, ਬਾਣੀ ਸਿਮਰਦੇ ਹਾਂ, ਜਪਦੇ ਹਾਂ, ਬਾਣੀ ਕਮਾਉਂਦੇ ਹਾਂ, ਰਸ ਆਉਂਦਾ ਹੈ ਤਾਂ ਬਾਕੀ ਸਾਰੇ ਰਸ ਜਿਹੜੇ ਨੇ ਫਿੱਕੇ ਪੈ ਜਾਂਦੇ ਨੇ। ਫਿਰ ਉਹ ਗੁਰੂ ਦਾ ਸਿੱਖ ਚਾਰ ਪਦਾਰਥ ਪਾ ਕੇ ਗੁਰਮਤਿ ਦੁਆਰਾ ਇਸ ਸੰਸਾਰ ਤੋਂ ਜਾਣਾ ਕਰਦਾ ਹੈ ਅਤੇ ਜਾਣ ਦਾ ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਸਗੋਂ ਖੁਸ਼ੀ ਹੁੰਦੀ ਹੈ। ਉਹ ਹੱਸਦਾ ਹੋਇਆ ਇਸ ਫਾਨੀ ਸੰਸਾਰ ਤੋਂ ਜਾਂਦਾ ਹੈ ਆਪਣੇ ਜਨਮ ਨੂੰ ਸਵਾਰ ਕੇ। ਇਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਦੱਸਿਆ ਹੈ। ਸੋ ਆਓ ਆਪਾਂ ਇਸ ਦੀ ਵਿਚਾਰ ਕਰਦੇ ਹਾਂ। ਬਿਲਾਵਲ ਮਹੱਲਾ ਚੌਥਾ। ਰਾਗ ਹੈ ਬਿਲਾਵਲ, ਮਹੱਲਾ ਚੌਥਾ ਤੋਂ ਭਾਵ ਚੌਥੇ ਗੁਰੂ ਪਾਤਸ਼ਾਹ ਜੀ ਦੀ ਇਹ ਬਾਣੀ ਆ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ। ਤੇ ਆਰੰਭਤਾ ਦੇ ਵਿੱਚ ਆਪ ਜੀ ਕਹਿੰਦੇ ਨੇ, ਫਰਮਾਉਂਦੇ ਨੇ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਹੇ ਸਤਸੰਗੀ ਜਨੋ, ਹੇ ਗੁਰੂ ਕੇ ਸਿੱਖੋ, ਹੇ ਗੁਰੂ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਕਹਿੰਦੇ ਨੇ ਆਓ ਰੱਬ ਦੇ ਪਿਆਰਿਆਂ ਦੇ ਸੰਗ ਹੋ ਕੇ ਬੈਠੋ। ਕੀ ਕਰੋ ਬੈਠ ਕੇ ਇਕੱਠੇ ਹੋ ਕੇ, ਮਿਲ ਹਰ ਹਰ ਕਥਾ ਕਰੋ। ਇਕੱਠੇ ਬਹਿ ਕੇ ਨਾ ਕਥਾ ਕਰੋ, ਕਥਾ ਵਿਚਾਰ ਕਰਨੀ ਕਰੋ। ਭਾਵ ਕਿ ਇੱਕ ਸ਼ਬਦ ਦੀ ਵਿਆਖਿਆ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਕੀ ਕਹਿੰਦੀ ਆ, ਉਹਦੇ ਵਿਚਾਰ ਕੀ ਨੇ, ਸਾਡੀ ਜ਼ਿੰਦਗੀ ਕੀ ਆ, ਇਸ ਬਾਰੇ ਸਮਝਣਾ ਕਰੋ। ਮਿਲ ਕੇ ਇਕੱਠੇ ਹੋ ਕੇ ਪ੍ਰੇਮ ਦੇ ਨਾਲ ਇੱਕ ਜਗ੍ਹਾ 'ਤੇ ਸੱਜ ਕੇ ਹਰ ਹਰ ਕਥਾ ਕਰੋ। ਬਾਣੀ ਕੀ ਸਾਨੂੰ ਸਮਝਾਉਂਦੀ ਆ? ਇੱਕ ਸਿੱਖ ਉਹਨੂੰ ਪੜ੍ਹ ਕੇ ਸੁਣਾਵੇ, ਦੂਜੇ ਸਾਰੇ ਉਹਨੂੰ ਧਿਆਨ ਨਾਲ ਪਰਮਾਤਮਾ ਦੇ ਪਿਆਰ ਵਿੱਚ ਆ ਕੇ ਸੁਣਨ, ਅਤੇ ਉਹ ਸੁਣਾਉਣ ਵਾਲਾ ਵੀ ਆਪਣੇ ਆਪ ਨੂੰ ਵੱਡਾ ਨਹੀਂ, ਗੁਰੂ ਕਾ ਸਿੱਖ, ਗੁਰੂ ਕਾ ਦਾਸ ਸਮਝੇ। ਫਿਰ ਜਿਹੜੀ ਕਥਾ ਹੁੰਦੀ ਹੈ ਉਹਦੇ ਵਿੱਚ ਆਤਮਿਕ ਰਸ ਵੀ ਅਤੇ ਆਤਮਿਕ ਆਨੰਦ ਵੀ, ਮਨ ਦਾ ਟਿਕਾਊ ਵੀ ਹੁੰਦਾ ਹੈ। ਗੁਰੂ ਸਾਹਿਬ ਨੇ ਦੋ ਗੱਲਾਂ ਸਾਨੂੰ ਦਿੱਤੀਆਂ ਨੇ ਪਿਆਰਿਓ, ਦੋ ਥੰਮ ਨੇ, ਗੁਰਬਾਣੀ ਤੇ ਗੁਰਮੁਖ। ਦੋ ਗੱਗੇ ਇਨਸਾਨ ਦੀ ਜ਼ਿੰਦਗੀ ਵਿੱਚ ਜ਼ਰੂਰੀ ਨੇ, ਇੱਕ ਤਾਂ ਗੁਰਬਾਣੀ, ਇੱਕ ਹੈ ਗੁਰਮੁਖ। ਗੁਰਬਾਣੀ ਕਈ ਵਾਰੀ ਅਸੀਂ ਪੜ੍ਹਦੇ ਹਾਂ, ਗੁਰਬਾਣੀ ਦੇ ਗੁਟਕਾ ਸਾਹਿਬ ਅਸੀਂ ਘਰ ਵਿੱਚ ਲਿਆਉਂਦੇ ਹਾਂ, ਪਰ ਗੁਰਬਾਣੀ ਕੀ ਕਹਿੰਦੀ ਆ, ਕੀ ਸਾਨੂੰ ਸਮਝਾਉਂਦੀ ਆ, ਸਾਨੂੰ ਸਮਝ ਨਹੀਂ ਲੱਗਦੀ, ਭਾਵੇਂ ਅਸੀਂ ਪੜ੍ਹਦੇ ਹਾਂ। ਉਸ ਕਰਕੇ ਹੀ ਮਹਾਰਾਜ ਨੇ ਗੁਰਮੁਖ ਬਣਾਏ। ਗੁਰਮੁਖ ਜਿਹੜੇ ਬਾਣੀ ਨੂੰ ਸਮਝਦੇ ਨੇ, ਬਾਣੀ ਦੀ ਵਿੱਦਿਆ ਜਿਨ੍ਹਾਂ ਨੇ ਪੜ੍ਹੀ ਆ,
ਤੇ ਜਿਹੜੇ ਸਾਨੂੰ ਸਮਝਾ ਸਕਦੇ ਨੇ ਉਹ ਵਾਲੇ ਗੁਰਮੁਖ, ਜਿਹੜੇ ਚੰਗੇ ਕਥਾਵਾਚਕ ਹਨ, ਮਸਕੀਨ ਸਾਹਿਬ ਜੀ ਵਰਗੇ, ਜਿਹੜੇ ਚੰਗੇ ਕਵੀ ਨੇ ਭਾਈ ਵੀਰ ਸਿੰਘ ਜੀ ਵਰਗੇ, ਐਸੇ ਗੁਰਸਿੱਖ। ਤਾਂ ਇਹ ਉਹ ਨੇ ਜਿਹੜੇ ਆਪਣੇ ਆਪ ਨੂੰ ਵੱਡਾ ਨਹੀਂ ਸਮਝਦੇ, ਆਪਣੇ ਆਪ ਨੂੰ ਗੁਰੂ ਕਾ ਦਾਸ, ਗੁਰੂ ਘਰ ਦਾ ਸੇਵਕ ਸਮਝ ਕੇ ਸੰਗਤਾਂ ਵਿੱਚ ਗੁਰਬਾਣੀ ਦੀ ਗੱਲ ਨੂੰ ਰੱਖਦੇ ਨੇ। ਇਹਨਾਂ ਦੀ ਸੰਗਤ ਦੀ ਸਾਨੂੰ ਬੜੀ ਲੋੜ ਹੁੰਦੀ ਆ। ਕਾਰਨ ਕੀ ਆ? ਸਾਨੂੰ ਗੁਰਬਾਣੀ ਕੀ ਕਹਿੰਦੀ ਆ ਸਮਝ ਨਹੀਂ ਆਉਂਦੀ ਸਿੱਧਾ ਸਾਫ਼। ਉਹਨਾਂ ਲਈ ਗੁਰਮੁਖਾਂ ਦੀ ਲੋੜ ਹੁੰਦੀ ਆ। ਗੁਰਬਾਣੀ ਨੂੰ ਜੇਕਰ ਧਿਆਨ ਦੇ ਨਾਲ ਸੁਣਿਆ ਜਾਵੇ, ਪੂਰੇ ਧਿਆਨ ਦੇ ਨਾਲ, ਤਾਂ ਜ਼ਰੂਰ ਸਮਝ ਆਉਂਦੀ ਆ। ਪਰ ਕਈ ਸ਼ਬਦ ਐਸੇ ਨੇ ਜਿਨ੍ਹਾਂ ਦੀ ਸਾਨੂੰ ਸਮਝ ਤਾਂ ਵੀ ਨਹੀਂ ਪੈਂਦੀ, ਭਾਵੇਂ ਕਿਤਨਾ ਵੀ ਧਿਆਨ ਨਾਲ ਸੁਣ ਲਓ। ਪਰ ਉਹਦੇ ਲਈ, ਉਹਨਾਂ ਗੱਲਾਂ ਨੂੰ ਖੋਲ੍ਹਣ ਲਈ ਹੀ ਸਾਨੂੰ ਗੁਰਮੁਖ ਮਹਾਰਾਜ ਨੇ ਬਖਸ਼ੇ। ਐਸੇ ਲੋਕ, ਐਸੇ ਇਨਸਾਨ ਧਰਤੀ 'ਤੇ ਭੇਜੇ ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਗੁਰਬਾਣੀ ਦੇ ਅਰਥਾਂ ਨੂੰ ਖੋਜਣ ਲਈ, ਗੁਰਬਾਣੀ ਦੇ ਅਰਥਾਂ ਨੂੰ ਸਮਝਣ ਲਈ, ਗੁਰਬਾਣੀ ਦਾ ਪ੍ਰਚਾਰ ਕਰਨ ਲਈ ਲਾ ਦਿੱਤੀ। ਤਾਂ ਉਹਨਾਂ ਦੀ ਸਾਨੂੰ ਲੋੜ ਹੈ। ਗੱਗਾ, ਦੋ ਗੱਗੇ ਜ਼ਿੰਦਗੀ 'ਚ ਯਾਦ ਰੱਖਣਾ। ਗੱਗਾ ਗੁਰਬਾਣੀ, ਗੱਗਾ ਗੁਰਮੁਖ। ਗੁਰਬਾਣੀ ਦੀ ਬਹੁਤ ਲੋੜ ਹੈ, ਪਰ ਗੁਰਬਾਣੀ ਕੀ ਕਹਿੰਦੀ ਆ, ਗੁਰਬਾਣੀ ਕੀ ਦੱਸਦੀ ਆ, ਇਹ ਗੱਲ ਸਾਨੂੰ ਗੁਰਮੁਖ ਦੱਸਣਗੇ, ਸਿੱਧੀ ਸਮਝ ਨਹੀਂ ਆਵੇਗੀ। ਤਾਂ ਦੋ ਚੀਜ਼ਾਂ ਦੀ ਤੁਹਾਨੂੰ ਬੜੀ ਲੋੜ ਹੈ, ਗੁਰਮੁਖਾਂ ਦੀ, ਗੁਰਬਾਣੀ ਦੀ। ਗੁਰੂ ਰਾਮਦਾਸ ਜੀ ਕਹਿੰਦੇ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਕਈ ਵਾਰ ਕੀ ਹੁੰਦਾ, ਹੁਣ ਤੱਕ ਸਾਡੀ ਕਿੰਨੀ ਜ਼ਿੰਦਗੀ ਲੰਘ ਗਈ, ਘਰਾਂ ਵਿੱਚ ਗੁਟਕਾ ਸਾਹਿਬ ਪਏ ਹੋਏ ਨੇ, ਜਪਜੀ ਸਾਹਿਬ ਦੇ ਪੜ੍ਹੀ ਜਾਂਦੇ ਹਾਂ, ਪਰ ਸਾਨੂੰ ਉਹਨਾਂ ਦੇ ਅਰਥ ਤੱਕ ਨਹੀਂ ਪਤਾ। ਸਾਰੀ ਗੁਰਬਾਣੀ ਛੱਡੋ ਤੁਸੀਂ, 38 ਪੌੜੀਆਂ ਜਪਜੀ ਸਾਹਿਬ 'ਚ, 38 ਨੂੰ ਵੀ ਛੱਡ ਦਿਓ, ਸ਼ਲੋਕ ਦੇ ਅਰਥ ਵੀ ਨਹੀਂ ਪਤਾ ਹੋਣੇ। ਪਵਨ ਗੁਰੂ ਪਾਣੀ ਪਿਤਾ ਵਾਲੇ ਦੇ, ਉਸ ਦੇ ਛੱਡੋ, ਇੱਕ ਓੰਕਾਰ ਜਿੱਥੋਂ ਬਾਣੀ ਚੱਲਦੀ ਹੈ ਉਹਦੇ ਵੀ ਨਹੀਂ ਪਤਾ। ਇਹਦਾ ਕਾਰਨ ਕੀ ਆ? ਇਹਦਾ ਕਾਰਨ ਆ ਵੀ ਅਸੀਂ ਸਿੱਖਣਾ ਨਹੀਂ ਚਾਹੁੰਦੇ, ਅਸੀਂ ਸਮਝਣਾ ਨਹੀਂ ਚਾਹੁੰਦੇ। ਅਸੀਂ ਗੁਰੂ ਨੂੰ ਸਿਰਫ ਤੇ ਸਿਰਫ ਦਾਤਾਂ ਮੰਗਣ ਲਈ ਰੱਖਿਆ ਹੋਇਆ ਹੈ। ਗੁਰੂ ਸਾਹਿਬ ਤੋਂ ਕੁਝ ਮੰਗਦੇ ਹਾਂ, ਗੁਰੂ ਕੋਲੋਂ ਮੰਗਦੇ ਹਾਂ ਬਹੁਤ ਕੁਝ, ਗੁਰੂ ਕੋਲੋਂ ਬਹੁਤ ਕੁਝ ਲੈਣ ਜਾਂਦੇ ਹਾਂ, ਗੁਰੂ ਤੋਂ ਗੁਰੂ ਨੂੰ ਨਹੀਂ ਲੈਣ ਜਾਂਦੇ, ਗੁਰੂ ਕੋਲ ਗੁਰੂ ਨੂੰ ਨਹੀਂ ਲੈਣ ਆਉਂਦੇ, ਸਿੱਖਣਾ ਨਹੀਂ ਚਾਹੁੰਦੇ। ਬਹੁਤ ਆਲਸ ਹੈ ਇਹਨਾਂ ਚੀਜ਼ਾਂ ਵਿੱਚ, ਬੜੀ ਢਿੱਲ ਆ। ਪਰ ਜਿਸ ਦਿਨ ਤੁਸੀਂ ਜਾਣ ਲਵੋਗੇ ਜਪਜੀ ਸਾਹਿਬ ਦੇ ਅਰਥ, ਉਸ ਦਿਨ ਤੁਹਾਨੂੰ ਸਮਝ ਆਵੇਗੀ ਕਿ ਮੈਂ ਇੰਨੀ ਜ਼ਿੰਦਗੀ ਕਿਉਂ ਲੰਘਾਈ, ਅਰਥਾਂ ਤੋਂ ਬਿਨਾਂ ਬਾਣੀ ਕਿਉਂ ਪੜ੍ਹੀ, ਮੈਂ ਇੰਨੀ ਜ਼ਿੰਦਗੀ ਕਿਉਂ ਇਵੇਂ ਆਪਣੀ ਲੰਘਾ ਦਿੱਤੀ। ਇੱਕ ਕਿਤਾਬ ਪੜ੍ਹ ਰਿਹਾ ਸੀ ਮੈਂ, ਉਹ ਸੋਹਣੀ ਆ, ਉਹ 'ਚ ਇੱਕ ਗੱਲ ਲਿਖੀ ਆ, ਕਹਿੰਦੇ ਦੁਨੀਆ ਦੀ ਸਭ ਤੋਂ ਚੰਗੀ ਕਿਤਾਬ ਉਹ ਹੁੰਦੀ ਆ ਜਿਹੜੀ ਜਦੋਂ ਤੁਸੀਂ ਪੜ੍ਹੋ ਇਹ ਕਹੋ ਕਿ ਮੈਂ ਪਹਿਲਾਂ ਕਿਉਂ ਨਹੀਂ ਪੜ੍ਹੀ। ਫਿਰ ਦੁਹਰਾ ਦੇਵਾਂ, ਦੁਨੀਆ ਦੀ ਸਭ ਤੋਂ ਚੰਗੀ ਕਿਤਾਬ ਉਹ ਹੁੰਦੀ ਆ ਜਿਹੜੀ ਜਦੋਂ ਤੁਸੀਂ ਪੜ੍ਹਦੇ ਹੋ ਤੇ ਇਹ ਸੋਚਦੇ ਹੋ, ਮਹਿਸੂਸ ਕਰਦੇ ਹੋ ਕਿ ਮੈਂ ਇਹ ਪਹਿਲਾਂ ਕਿਉਂ ਨਹੀਂ ਪੜ੍ਹੀ। ਤੇ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਪੱਕੀ ਦਾਅਵੇ ਨਾਲ ਕਹਿੰਦਾ ਹਾਂ, ਜਿਸ ਦਿਨ ਤੁਸੀਂ ਸ੍ਰੀ ਜਪਜੀ ਸਾਹਿਬ ਦੇ ਅਰਥ ਪੜ੍ਹੋਗੇ ਇਹ ਕਹੋਗੇ ਕਿ ਮੈਂ ਪਹਿਲਾਂ ਕਿਉਂ ਨਹੀਂ ਪੜ੍ਹੇ। ਇਹ ਕਹੋਗੇ ਵੀ ਮੈਂ, ਮੰਨ ਲਓ ਜੇ ਤੁਹਾਡੀ ਉਮਰ 30 ਸਾਲ ਆ, ਤੁਸੀਂ 30 ਸਾਲਾਂ ਨੂੰ ਇਉਂ ਸਮਝੋਗੇ 30 ਸਾਲ ਮੈਂ ਅਜਾਈਂ ਐਵੇਂ ਲੰਘਾਤੇ, ਕਾਸ਼ ਮੈਂ ਪਹਿਲਾਂ ਪੜ੍ਹ ਲੈਂਦੀ ਜਾਂ ਪੜ੍ਹ ਲੈਂਦਾ। ਇੰਨੀਆਂ ਮਹਿੰਗੀਆਂ ਚੀਜ਼ਾਂ ਨੇ, ਮਹਿੰਗੀਆਂ ਨੇ,
ਕੀਮਤੀ ਨੇ, ਜ਼ਿੰਦਗੀ ਵਿੱਚ ਟਿਕਾ ਲਿਆਉਂਦੀਆਂ ਨੇ। ਬਹੁਤ ਲੋਕਾਂ ਕੋਲ ਬਹੁਤ ਪੈਸਾ ਹੈ, ਮਹਿੰਗੀਆਂ ਗੱਡੀਆਂ ਨੇ, ਸਿੱਖ ਕੋਲ ਚਾਹੀਦੀਆਂ ਵੀ ਨੇ, ਚੰਗੇ ਮਕਾਨ ਨੇ, ਚਾਹੀਦੇ ਵੀ ਨੇ, ਪਰ ਉਹਨਾਂ ਦੇ ਦਿਲਾਂ ਵਿੱਚ ਜੇ ਟਿਕਾ ਨਹੀਂ, ਉਹਦਾ ਬਸ ਅਰਥ ਇਹ ਆ, ਉਹ ਜਪਜੀ ਸਾਹਿਬ ਨੂੰ ਸਮਝ ਕੇ ਨਹੀਂ ਪੜ੍ਹਦੇ। ਉਹ ਜਪਜੀ ਸਾਹਿਬ ਨੂੰ ਸਮਝ ਕੇ ਨਹੀਂ ਪੜ੍ਹ ਰਹੇ। ਭੁੱਖਿਆਂ ਭੁੱਖ ਨਾ ਉਤਰੀ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭਾਵੇਂ ਸਾਰੀ ਦੁਨੀਆ ਦੀ ਦੌਲਤ ਦੀਆਂ ਪੰਡਾਂ ਬੰਨ੍ਹ ਕੇ ਉਹ ਬੰਦੇ ਅੱਗੇ ਰੱਖ ਦਿਓ, ਜਿਸ ਬੰਦੇ ਨੇ ਗੁਰਬਾਣੀ ਨਾਲ ਪਿਆਰ ਨਹੀਂ ਕੀਤਾ, ਪ੍ਰਭੂ ਨਾਲ, ਉਹਦੀ ਭੁੱਖ ਨਹੀਂ ਲੈਂਦੀ। ਰੋਟੀ ਦੀ ਨਹੀਂ ਕਹਿੰਦੇ ਮਹਾਰਾਜ, ਰੋਟੀ ਬੰਦਾ 5 ਖਾ ਲੂ 7 ਖਾ ਲੂ, ਤ੍ਰਿਸ਼ਨਾ ਦੀ ਭੁੱਖ ਇਹ ਨਹੀਂ ਲੈਂਦੀ। ਆਵੋ ਸੰਤ ਮਿਲੋ ਮੇਰੇ ਭਾਈ, ਗੁਰੂ ਰਾਮਦਾਸ ਜੀ ਬਹੁਤ ਸੋਹਣਾ ਕਹਿ ਰਹੇ ਨੇ। 24 ਘੰਟੇ ਹੁੰਦੇ ਦਿਨ 'ਚ, ਰਾਤ ਵਿੱਚ ਮਿਲਾ ਕੇ ਦਿਨ ਰਾਤ 24 ਘੰਟੇ ਨੇ। 6 ਘੰਟੇ 7 ਘੰਟੇ ਤੁਸੀਂ ਸੌਂ ਲਓ, ਸੌਣਾ ਜ਼ਰੂਰੀ ਆ। ਤਣਾਅ ਤੋਂ ਮੁਕਤ ਹੋਣ ਲਈ 8 ਘੰਟੇ ਵੱਧ ਤੋਂ ਵੱਧ ਚਲੋ ਸੌਂ ਲਓ। 12 ਘੰਟੇ ਕੰਮ ਬੰਦਾ ਕਰਦਾ ਨਹੀਂ, ਇੰਨੇ ਕੰਮ ਨਹੀਂ ਕਰਦਾ। 7-8 ਘੰਟੇ ਅਸੀਂ ਕਰ ਸਕਦੇ ਹਾਂ, ਚਲੋ ਕੰਮ ਵੀ ਕਰ ਲਓ, ਬਹੁਤ ਵਧੀਆ। ਕਿਰਤ ਕਰੋ ਦੱਬ ਕੇ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। 2 ਘੰਟੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਾਂਭ ਲਓ, ਚਲੋ ਉਹਨਾਂ ਵੱਲ ਧਿਆਨ ਦਿਓ। ਪਤਨੀ ਆ ਘਰ ਵਿੱਚ, ਪਤੀ ਆ, ਬੱਚੇ ਨੇ, ਨਿਆਣੇ, ਉਹਨਾਂ ਨਾਲ ਬੈਠੋ, ਗੱਲਾਂ ਕਰੋ, ਠੀਕ ਆ। ਕਿ 15-20 ਮਿੰਟ ਨਹੀਂ ਕੱਢ ਸਕਦੇ। ਕਿਹਦੇ ਲਈ? ਆਪਣੇ ਲਈ, ਆਪਣੇ ਆਪ ਲਈ, ਆਪਣੇ ਆਪ ਨਾਲ ਬੈਠਣ ਲਈ, ਆਪਣੇ ਆਪ ਨੂੰ ਸਮਝਣ ਲਈ, ਜਪਜੀ ਸਾਹਿਬ ਦੇ ਅਰਥ ਸਮਝਣ ਲਈ 15 ਮਿੰਟ ਨਹੀਂ ਕੱਢ ਸਕਦੇ। ਆਵੋ ਸੰਤ ਮਿਲੋ ਮੇਰੇ ਭਾਈ, ਹੇ ਰੱਬ ਦੇ ਪਿਆਰਿਓ, ਆਓ ਮਿਲ ਕੇ ਬਹਿ ਜਾਓ, ਇਕੱਠੇ ਹੋ ਕੇ ਮਿਲ ਹਰ ਹਰ ਕਥਾ ਕਰੋ। ਇਹ ਕਥਾ ਜਿਹੜੀ ਆ, ਇਹ ਸਾਰਿਆਂ ਨੂੰ ਕਿਹਾ ਮਹਾਰਾਜ ਨੇ। ਕਥਾ ਕਰਨਾ ਕੀ ਹੁੰਦਾ? ਗੁਰਬਾਣੀ ਦੀ ਕੋਈ ਇੱਕ ਤੁਕ ਲੈ ਲੈਣੀ, ਇੱਕ ਸ਼ਬਦ ਲੈ ਲੈਣਾ, ਉਹਦੀ ਵਿਆਖਿਆ ਕਰਨੀ। ਤੇ ਆਪਾਂ ਇਹ ਕੰਮ ਕਥਾਵਾਚਕਾਂ ਤੇ ਛੱਡ ਰੱਖਿਆ ਵੀ ਉਹਨਾਂ ਨੂੰ ਚਲੋ ਗੁਰਦੁਆਰਾ ਸਾਹਿਬ ਵਾਲੇ ਤਨਖਾਹ ਦੇ ਦੇਣਗੇ ਤੇ ਉਹ ਵਿਆਖਿਆ ਕਰ ਦੇਣਗੇ। ਇਵੇਂ ਥੋੜ੍ਹੀ ਹੁੰਦਾ। ਇਹ ਇਕੱਲਾ ਸਾਡਾ ਕੰਮ ਥੋੜ੍ਹੀ ਆ ਭਾਈ, ਇਹ ਤੁਹਾਡਾ ਕੰਮ ਵੀ ਆ। ਇਕੱਲਾ ਇਹ ਕਥਾਵਾਚਕਾਂ ਦਾ ਕੰਮ ਨਹੀਂ, ਜਾਂ ਕੋਈ ਵੀ ਗੁਰਮੁਖ ਆ, ਇਹ ਸਾਰਿਆਂ ਦਾ ਕੰਮ ਆ ਗੁਰਬਾਣੀ ਨੂੰ ਸਮਝ ਕੇ ਪੜ੍ਹਨਾ। ਇਸ ਕਰਕੇ ਬੜੀ ਤਕਲੀਫ ਹੁੰਦੀ ਆ ਜਦੋਂ ਇਹ ਕੰਮ ਅਸੀਂ ਕਹਿੰਦੇ ਹਾਂ ਕਿ ਬਸ ਸਿਰਫ ਤੇ ਸਿਰਫ ਉਹ ਪ੍ਰਚਾਰਕਾਂ ਦਾ ਹੀ ਹੈ, ਸਾਡਾ ਨਹੀਂ ਹੈਗਾ। ਕਿਉਂਕਿ ਬੱਚਿਆਂ ਨੂੰ ਕਈ ਵਾਰੀ ਗੁਰਦੁਆਰਾ ਸਾਹਿਬ ਆਉਂਦੇ ਨੇ, ਉਹਨਾਂ ਨੂੰ ਜਦੋਂ ਪੁੱਛੀਦਾ 5 ਪਿਆਰਿਆਂ ਦੇ ਨਾਮ ਸੁਣਾਓ, ਵੈਸੇ ਪੁੱਛ ਲਈਦਾ, ਉਹ ਸੁਣਾ ਨਹੀਂ ਸਕਦੇ। ਬਹੁਤ ਥੋੜ੍ਹੇ ਬੱਚੇ ਜਿਹੜੇ ਸੁਣਾ ਰਹੇ ਨੇ, ਤਾਂ ਉਦੋਂ ਲੱਗਦਾ ਵੀ ਮਾਂ ਪਿਓ ਦੇ ਵਿੱਚ ਵੀ ਕੋਈ ਕਮੀ ਆ, ਬੱਚਿਆਂ 'ਚ ਨਹੀਂ। ਸਾਡਾ ਪਤਾ ਹੀ ਨਹੀਂ ਧਿਆਨ ਕਿੱਥੇ ਆ। ਗੁਰੂਆਂ ਦੇ ਨਾਲ ਬੱਚਿਆਂ ਨੂੰ ਲੜੀਵਾਰ ਨਹੀਂ ਆਉਂਦੇ, ਭੁੱਲ ਜਾਂਦੇ ਆ। ਅਸੀਂ ਕਿਉਂ ਇੱਦਾਂ ਦੇ ਹੋ ਗਏ ਹਾਂ? ਗੁਰੂ ਸਾਹਿਬ ਨੇ ਸਾਨੂੰ ਕੀ ਸਿਖਾਇਆ ਸੀ? ਮਹਾਰਾਜਾ ਦਲੀਪ ਸਿੰਘ ਦੀ ਇੱਕ ਕਹਾਣੀ ਆ, ਜਿਹਨੂੰ ਜਦੋਂ ਮੈਂ ਪੜ੍ਹਿਆ ਸੀ ਤੇ ਅੱਖਾਂ ਮੇਰੀਆਂ ਭਿੱਜ ਗਈਆਂ ਸੀ ਕਿ ਅਸੀਂ ਕੀ ਸੀ। ਸ਼ੇਰੇ ਪੰਜਾਬ ਜੀ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਇੱਕ ਦਿਨ ਜਾ ਰਹੇ ਸੀ। ਇਹ ਫੌਰਨ ਦੀ ਘਟਨਾ ਉਹਨਾਂ ਦੀ। ਜਦੋਂ ਜਾ ਰਹੇ ਸੀ ਨਾ, ਇੱਕ ਭਿਖਾਰੀ ਉਹਨਾਂ ਨੂੰ ਮਿਲਿਆ ਤੇ ਇਹ ਉਹਨਾਂ ਨੂੰ ਪੈਸੇ ਦੇਣ ਲੱਗੇ। ਉਦੋਂ ਈਸਾਈ ਬਣੇ ਹੋਏ ਸੀ ਇਹ। ਜਦੋਂ ਆਪਣੇ ਇਹਨਾਂ ਨੇ ਪਾਕਟ ਦੇ ਵਿੱਚੋਂ, ਜੇਬ ਦੇ ਵਿੱਚੋਂ ਉਹਨਾਂ ਨੂੰ ਪੈਸੇ ਦੇਣੇ ਚਾਹੇ, ਉਹ ਜਿਹੜਾ ਭਿਖਾਰੀ ਸੀ ਉਹਨੇ ਪਛਾਣਿਆ, ਕਹਿਣ ਲੱਗਾ ਰਹਿਣ ਦੇ ਤੂੰ ਪੈਸੇ, ਮੈਂ ਤੈਥੋਂ ਨਹੀਂ ਲੈਣੇ। ਇੱਕ ਭਿਖਾਰੀ ਤੋਂ ਪੈਸੇ ਨਹੀਂ ਲੈ ਸਕਦਾ। ਇੱਕ ਭਿਖਾਰੀ ਤੋਂ ਪੈਸੇ ਨਹੀਂ ਲੈ ਸਕਦਾ। ਪੁੱਛਿਆ ਸੀ ਕਿਉਂ? ਕਹਿੰਦਾ ਜੀ ਅਸੀਂ ਵੀ
ਕਦੇ ਰਾਜੇ ਹੁੰਦੇ ਸੀ। ਕਦੇ ਪੜ੍ਹ ਲਈ ਆਪਦਾ ਇਤਿਹਾਸ, ਤੁਸਾਂ ਕਦੇ ਮਹਾਰਾਜੇ ਹੁੰਦੇ ਸੀ, ਰਾਜੇ ਹੁੰਦੇ ਸੀ, ਪੈਸੇ ਕਰਕੇ ਵੀ, ਦੌਲਤ ਕਰਕੇ ਵੀ, ਬਾਣੀ ਕਰਕੇ ਵੀ। ਤੁਹਾਡੇ ਕੋਲ ਜਪਜੀ ਸਾਹਿਬ ਦੀ ਦੌਲਤ ਸੀ। ਫਿਰ ਇਹਨੇ ਆਪਦੇ ਆਪ ਨੂੰ ਸਮਝਿਆ ਵੀ ਮੈਂ ਕੌਣ ਆ, ਮੇਰਾ ਪਿਛੋਕੜ ਕੀ ਆ। ਫਿਰ ਇਹਨੇ ਖੋਜਿਆ। ਫਿਰ ਇਹਨੂੰ ਗਿਆਨੀ ਠਾਕੁਰ ਸਿੰਘ ਜੀ ਨੇ, ਉੱਥੋਂ ਸਰਦਾਰ ਠਾਕੁਰ ਸਿੰਘ ਜੀ ਸਨ, ਉਹਨਾਂ ਨੇ ਜਪਜੀ ਸਾਹਿਬ ਦਾ ਗੁਟਕਾ ਦਿੱਤਾ। ਆਖਿਆ ਸੀ ਸਾਡੇ ਕੋਲ ਕੁਝ ਨਹੀਂ ਭਾਵੇਂ ਬਚਿਆ, ਪਰ ਹਜੇ ਇਹ ਜਪਜੀ ਸਾਹਿਬ ਹੈ। ਉਹਦੀ ਪੋਥੀ ਸਾਹਿਬ ਦਿੱਤੀ ਸੀ। ਕਹਿੰਦੇ ਸਾਡੇ ਲਈ ਤਾਂ ਇਹੀ ਸਭ ਕੁਝ ਹੈ, ਸਭ ਦੌਲਤ ਸਾਡੀ ਇਹੀ ਆ, ਇਹੀ ਸਾਡਾ ਸਰਮਾਇਆ ਹੈ। ਤੈਨੂੰ ਪੜ੍ਹਿਓ ਤੇ ਤੁਹਾਨੂੰ ਜ਼ਿੰਦਗੀ ਵਿੱਚ ਸ਼ਾਂਤੀ ਮਿਲੇਗੀ। ਮਹਾਰਾਜਾ ਦਲੀਪ ਸਿੰਘ ਜੀ ਨੇ ਫਿਰ ਕੀ ਕਿਹਾ? ਉਹ ਗੁਟਕਾ ਸਾਹਿਬ ਪ੍ਰਾਪਤ ਕਰਕੇ ਕਹਿੰਦੇ ਮੇਰੇ ਲਈ ਅਰਦਾਸ ਕਰਵਾਇਓ। ਉੱਥੋਂ ਉਹ ਪੌਂਡ ਭੇਜੇ, ਉੱਥੋਂ ਉਹ ਪੈਸੇ ਭੇਜੇ, ਫੌਰਨ ਦੀ ਕਰੰਸੀ, ਕਿ ਹਰਿਮੰਦਰ ਸਾਹਿਬ ਅਰਦਾਸ ਕਰਿਓ ਮੈਂ ਛੇਤੀ ਤੋਂ ਛੇਤੀ ਪਰਤਾਂ ਆਪਣੇ ਖਾਲਸੇ ਕੋਲੇ। ਗੱਲ ਇਹ ਨਹੀਂ ਹੁੰਦੀ ਕਿ ਆਪਾਂ ਕੰਮ ਕਰਨਾ, ਕੰਮ ਕਰੋ, ਕੰਮ ਕਰਨ ਤੋਂ ਕੌਣ ਤੁਹਾਨੂੰ ਰੋਕਦਾ? ਪੈਸਾ ਕਮਾਉਣ ਤੋਂ ਗੁਰੂ ਸਾਹਿਬ ਕਦੇ ਨਹੀਂ ਰੋਕਦੇ ਸਿੱਖ ਨੂੰ। ਨਾ ਹੀ ਕਹਿੰਦੇ ਆ ਪਰਿਵਾਰ ਛੱਡ ਕੇ ਜਾਓ। ਉਹ ਤਾਂ ਸਗੋਂ ਜਿਹੜੇ ਪਰਿਵਾਰ ਛੱਡ ਕੇ ਗਏ ਨਾ, ਮਹਾਰਾਜ ਨੇ ਉਹਨਾਂ ਨੂੰ ਪਹਾੜਾਂ 'ਚ ਜਾ ਕੇ ਕਿਹਾ ਭਾਈ ਗਲਤ ਆ ਇਹ, ਪਰਿਵਾਰ ਨਾ ਛੱਡੋ। ਗੱਲ ਇਹ ਨਹੀਂ, ਪਰ ਬੰਦਾ ਪਤਾ ਹੀ ਨਹੀਂ, ਸਮਝ ਹੀ ਨਹੀਂ ਹੈ। ਤਾਂ ਇਹ ਗੱਲਾਂ ਦਾ ਬੜਾ, ਇਹ ਗੁਰਸਿੱਖ ਦੇ ਅੰਦਰ ਇੱਕ ਪੀੜਾ ਹੁੰਦੀ ਆ, ਦੁੱਖ ਹੁੰਦਾ। ਜਦੋਂ ਅਸੀਂ ਆਪਣੇ ਬੱਚਿਆਂ ਤੋਂ ਕੁਝ ਪੁੱਛੀਏ, ਉਹਨਾਂ ਨੂੰ ਗੁਰੂਆਂ ਦੇ ਨਾਂ ਨਹੀਂ ਨਾ ਆਉਂਦੇ, ਤਾਂ ਉਦੋਂ ਉਹ ਬੰਦਾ, ਇਨਸਾਨ ਜਿਹਨੂੰ ਗੁਰੂ ਨਾਲ ਪਿਆਰ ਆ, ਉਹਦੀ ਆਹ ਨਿਕਲਦੀ ਆ ਵੀ ਅਸੀਂ ਗਵਾਇਆ ਹੀ ਆ ਕੁਝ, ਖੱਟਿਆ ਖਟਾਇਆ ਕੁਝ ਨਹੀਂ। ਇਸ ਕਰਕੇ ਹਰ ਹਰ ਨਾਮ ਬੋਹਿਤ ਹੈ ਕਲਯੁਗ, ਖੇਵਟ ਗੁਰ ਸ਼ਬਦ ਤਰਹੁ। ਹਰ ਹਰ ਨਾਮ ਬੋਹਿਤ ਹੈ ਕਲਯੁਗ, ਖੇਵਟ ਗੁਰ ਸ਼ਬਦ ਤਰਹੁ। ਕੱਲੇ ਕੱਲੇ ਦੇ ਆਪਾਂ ਪਦ ਅਰਥ ਕਰੀਏ। ਬੋਹਿਤ ਕਹਿੰਦੇ ਆ ਜਹਾਜ਼ ਨੂੰ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ, ਖੇਵਟ ਕਹਿੰਦੇ ਨੇ ਮਲਾਹ ਨੂੰ, ਖੇਵਟ ਕਹਿੰਦੇ ਨੇ ਮਲਾਹ ਨੂੰ। ਹਰ ਹਰ ਨਾਮ ਬੋਹਿਤ ਹੈ, ਹਰੀ ਦਾ ਨਾਮ, ਗੁਰਬਾਣੀ ਜਪਜੀ ਸਾਹਿਬ ਜਹਾਜ਼ ਹੈ। ਕਲਯੁਗ ਖੇਵਟ, ਕਲਯੁਗ ਖੇਵਟ ਗੁਰ ਸ਼ਬਦ ਤਰਹੁ। ਤੇ ਗੁਰੂ ਸਾਹਿਬ ਮਲਾਹ ਨੇ, ਸ਼ਬਦ ਚੱਪੂ ਹੈ। ਇਹਨਾਂ ਦੁਆਰਾ ਹੀ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਨਾ, ਤੇ ਉਹ ਚਿੱਕੜ ਤੋਂ ਪਾਰ ਲੰਘਦੀ ਆ। ਜੇ ਇਨਸਾਨ ਕੋਈ ਚਿੱਕੜ ਦੇ ਉਰਾਂ ਖੜਾ ਹੈ, ਪਰਾਰ ਔਰ ਆਰ ਤੋਂ ਪਾਰ ਜਾਣਾ ਚਾਹੁੰਦਾ ਹੈ, ਤਾਂ ਉਹਦੇ ਲਈ ਉਹਨੂੰ ਜਹਾਜ਼ ਚਾਹੀਦਾ ਹੈ, ਉਹਦੇ ਲਈ ਉਹਨੂੰ ਮਲਾਹ ਵੀ ਚਾਹੀਦਾ, ਕਿਉਂਕਿ ਆਪਾਂ ਨੂੰ ਜਹਾਜ਼ ਨਹੀਂ ਚਲਾਉਣੇ ਆਉਣੇ ਨਾ, ਉਹਦੇ ਲਈ ਚੱਪੂ ਚਾਹੀਦੇ ਨੇ। ਤਾਂ ਇਹ ਨਾਮ ਬੋਹਿਤ ਹੈ, ਜਹਾਜ਼ ਹੈ। ਖੇਵਟ ਭਾਵ ਮਲਾਹ ਗੁਰੂ ਜੀ ਨੇ, ਸ਼ਬਦ ਚੱਪੂ ਨੇ, ਇਹਨਾਂ ਦੁਆਰਾ ਹੀ ਤਰਿਆ ਜਾਂਦਾ ਹੈ। ਇਨਸਾਨ ਨੂੰ ਇੱਕ ਸੁੱਖ ਚਾਹੀਦਾ ਜਿਹੜਾ ਕਦੇ ਦੁੱਖ 'ਚ ਨਾ ਬਦਲੇ। ਦੇਖਿਓ ਕੋਈ ਵੀ ਬੰਦਾ ਨਹੀਂ ਕਹਿੰਦਾ ਮੈਂ ਦੁਖੀ ਹੋਵਾਂ, ਉਹ ਸਾਰੇ ਕਹਿੰਦੇ ਅਸੀਂ ਸੁਖੀ ਹੋ ਜਾਈਏ, ਪਰ ਐਵੇਂ ਨਹੀਂ ਨਾ ਹੁੰਦਾ। ਸੁੱਖ ਸਦਾ ਨਹੀਂ ਰਹਿੰਦੇ, ਦੁੱਖ ਵੀ ਸਦਾ ਨਹੀਂ ਰਹਿੰਦੇ। ਇੱਕ ਕਹਾਣੀ ਮੈਂ ਪੜ੍ਹ ਰਿਹਾ ਸੀ, ਗੋਰਿਆਂ ਦੀ ਕਿਤਾਬ ਹੈ ਸਟੋਰੀਜ਼ ਫਰੋਮ ਹੇਅਰ ਐਂਡ ਦੇਅਰ ਦੇ ਵਿੱਚ ਲਿਖੀ ਹੋਈ। ਇੱਕ ਨਾ ਨੌਜਵਾਨ ਜ਼ਿੰਦਗੀ ਤੋਂ ਬੜਾ ਤੰਗ ਸੀ, ਬਹੁਤ ਪਰੇਸ਼ਾਨ ਸੀ। ਆਮ ਹੀ ਹੋ ਜਾਂਦਾ ਜਦੋਂ ਗੁਰਬਾਣੀ ਦਾ ਆਸਰਾ ਨਾ ਹੋਵੇ, ਇਨਸਾਨ ਡੋਲ ਜਾਂਦਾ ਹੈ। ਉਹਨੂੰ ਪਤਾ ਲੱਗਾ ਕੋਈ ਮਹਾਤਮਾ ਨੇ, ਫਕੀਰ ਨੇ, ਉਹਨਾਂ ਦੇ ਪਾਸ ਆਇਆ, ਕਹਿਣ ਲੱਗਾ ਮੈਂ ਬਹੁਤ ਦੁਖੀ ਹਾਂ, ਕੁਝ ਅਜਿਹਾ ਕਹਿ ਦਿਓ ਕਿ ਜਿਹਦੇ ਨਾਲ ਮੈਂ ਜਦੋਂ ਦੁੱਖ ਆਵੇ ਉਦੋਂ ਮੈਂ ਡੋਲਾਂ ਨਾ। ਤੇ ਮਹਾਤਮਾ ਜੀ ਕਹਿਣ ਲੱਗੇ ਮੈਂ ਕੁਝ ਅਜਿਹਾ ਲਿਖ ਕੇ ਦੇਵਾਂਗਾ ਇੱਕ ਪਰਚੀ ਤੇ, ਇੱਕ ਕਾਗਜ਼ ਦੇ ਟੁਕੜੇ ਤੇ ਤੂੰ ਯਾਦ ਰੱਖੀ, ਕੱਲਾ ਦੁੱਖ 'ਚ ਨਹੀਂ ਸੁੱਖ 'ਚ ਵੀ ਤੇਰੇ ਕੰਮ ਆਵੇਗਾ, ਤੇ ਗੱਲ ਇੱਕ ਹੀ ਹੋਵੇਗੀ। ਮਹਾਂਪੁਰਸ਼ਾਂ ਨੇ, ਉਹ ਰੱਬ ਦੇ ਪਿਆਰਿਆਂ ਨੇ ਉਹ ਟੁਕੜਾ ਲਿਆ ਇੱਕ ਕਾਗਜ਼ ਦਾ, ਕਲਮ
ਦਵਾਤ 'ਚ ਡੁਬੋ ਕੇ ਕੁਝ ਅਲਫਾਜ਼ ਲਿਖੇ, ਉਹ ਟੁਕੜੇ ਨੂੰ ਫੋਲਡ ਕਰਕੇ ਪਕੜਾ ਦਿੱਤਾ। ਕਹਿੰਦੇ ਘਰੇ ਜਾ ਕੇ ਖੋਲੀ ਇਹਨੂੰ। ਆ ਗਿਆ, ਛੇਤੀ ਸੀ ਨਾ, ਘਰੇ ਆਇਆ, ਛੇਤੀ ਛੇਤੀ ਖੋਲ੍ਹਿਆ। ਉੱਤੇ ਲਿਖਿਆ ਸੀ ਇਹ ਦਿਨ ਨਹੀਂ ਰਹਿਣਗੇ। ਦੁੱਖ ਆ ਗਿਆ, ਦੁੱਖ ਸਮੇਂ ਖੋਲ ਕੇ ਪੜ੍ਹਦੀ, ਇਹ ਦਿਨ ਨਹੀਂ ਰਹਿਣਗੇ। ਦੁੱਖ ਆਇਆ ਨਾ, ਸੁੱਖ ਘਰ ਦੇ ਗੇਟ 'ਚ ਖੜਾ, ਕਿਤੇ ਨਹੀਂ ਗਿਆ। ਦੁੱਖ ਘਰੇ ਆ, ਸੁੱਖ ਗੇਟ 'ਚ ਖੜਾ। ਇਹ ਦਿਨ ਨਹੀਂ ਰਹਿਣਗੇ, ਡੋਲੀ ਨਾ, ਇਹ ਦਿਨ ਨਹੀਂ ਰਹਿਣਗੇ, ਸੁੱਖ ਆਊਗਾ। ਸੁੱਖ ਆ ਗਿਆ, ਗੇਟ ਤੇ ਜਾ ਕੇ ਦੁੱਖ ਖੜ ਗਿਆ, ਕਿਤੇ ਨਹੀਂ ਗਿਆ। ਇਹ ਦਿਨ ਨਹੀਂ ਰਹਿਣਗੇ। ਹੁਣ ਵੀ ਪੈਰ ਨਾ ਛੱਡਦੀ ਵੀ ਮੈਂ ਸੁਖੀ ਹੋ ਗਿਆ, ਹੰਕਾਰ 'ਚ ਨਾ ਜੀ। ਇਹ ਦਿਨ ਨਹੀਂ ਰਹਿਣਗੇ, ਇਹ ਦਿਨ ਨਹੀਂ ਰਹਿਣਗੇ। ਇਸ ਕਰਕੇ ਇੱਕ ਗੱਲ ਨੇ ਹੀ ਦੋਨਾਂ ਗੱਲਾਂ ਦਾ ਜਵਾਬ ਦੇ ਦਿੱਤਾ। ਕਾਰਨ ਦਾ ਕੀ ਹੁੰਦਾ ਹੈ? ਅਸੀਂ ਨਾ ਤਾਂ ਸੁੱਖ ਜਰ ਸਕਦੇ ਹਾਂ, ਨਾ ਦੁੱਖ ਜਰ ਸਕਦੇ ਹਾਂ। ਸੁੱਖ ਵਿੱਚ ਪੈਰ ਛੱਡ ਦਿੰਦੇ ਹਾਂ, ਰੱਬ ਨੂੰ ਭੁੱਲ ਜਾਂਦੇ ਹਾਂ। ਦੁੱਖ ਵਿੱਚ ਉਹਨੂੰ ਉਲਾਂਭੇ ਦਿੰਦੇ ਹਾਂ। ਸਿੱਖਾਂ ਦੀ ਇੱਕ ਅਰਦਾਸ ਆ, ਪੁਰਾਣੇ ਬਜ਼ੁਰਗ ਕਰਦੇ ਹੁੰਦੇ ਸੀ, ਹੁਣ ਵੀ ਕਈ ਵਾਰੀ ਉੱਦਾਂ ਹੋ ਜਾਂਦੀ ਆ, ਸਿੱਖ ਕਰ ਦਿੰਦੇ ਨੇ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ, ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਇੱਕ ਤਾਂ ਇਹ ਅਰਦਾਸ ਆ ਵੀ ਉਹ ਪਿਆਰਾ ਮਿਲ ਜੇ ਜਿਹਦੇ ਕਰਕੇ ਰੱਬ ਦੀ ਯਾਦ ਆਵੇ, ਕਿ ਕਿਉਂ ਨਾ ਅਸੀਂ ਉਹ ਪਿਆਰੇ ਬਣ ਜਾਈਏ ਕਿ ਅਸੀਂ ਕਿਸੇ ਨੂੰ ਮਿਲੀਏ ਤੇ ਉਹਨੂੰ ਰੱਬ ਯਾਦ ਆ ਜੇ। ਇੱਕ ਤਾਂ ਇਹ ਗੱਲ ਹੋ ਗਈ। ਇੱਕ ਇਹ ਹੈ ਸੁੱਖ ਹੋਵੇ ਨਾਮ ਚਿੱਤ ਆਵੇ। ਸੁੱਖ ਹੋਵੇ, ਘਰ ਵਿੱਚ ਸੁੱਖ ਹੋਵੇ, ਫਿਰ ਵੀ ਤੇਰੀ ਯਾਦ ਆਵੇ, ਫਿਰ ਵੀ ਤੇਰੀ ਯਾਦ ਆਵੇ। ਇਹ ਨਾ ਹੋਵੇ ਕਿ ਸੁੱਖ ਆ ਗਿਆ ਤੇ ਤੈਨੂੰ ਭੁੱਲ ਜਾਈਏ। ਐਵੇਂ ਨਹੀਂ ਕਹਿੰਦੇ ਆਪਾਂ, ਦੁੱਖ ਹੋਵੇ ਨਾਮ ਚਿੱਤ ਆਵੇ, ਕਿਉਂਕਿ ਦੁੱਖ 'ਚ ਉਹ ਆਉਂਦਾ ਹੈ ਯਾਦ, ਭੁੱਲਦਾ ਨਹੀਂ। ਸੁੱਖ 'ਚ ਨਹੀਂ ਆਉਂਦਾ। ਰੌਲਾ ਇਹ ਆ ਵੀ ਸੁੱਖ ਦੇ ਵਿੱਚ ਉਹ ਕਿਵੇਂ ਯਾਦ ਰਹੇਗਾ। ਸੁੱਖ ਦੇ ਵਿੱਚ ਪਾਰਟੀ ਕਰਨੀ ਦੋਸਤਾਂ ਨੂੰ, ਨਹੀਂ ਭੁੱਲਦਾ ਬੰਦਾ, ਨਾ ਵੱਧ ਕੇ ਕਰੂਗਾ ਅੱਗੇ ਹੋ ਕੇ। ਰੱਬ ਨੂੰ ਕਿਉਂ ਭੁੱਲ ਜਾਂਦਾ? ਆਪਣੇ ਆਪ ਨੂੰ ਜਦੋਂ ਤੁਸੀਂ ਵੱਡਾ ਮੰਨ ਲੈਂਦੇ ਹੋ, ਉਸ ਦਿਨ ਤੁਸੀਂ ਰੱਬ ਨੂੰ ਭੁੱਲ ਜਾਂਦੇ ਹੋ, ਉਸ ਦਿਨ ਉਹਦੇ ਵਜੂਦ ਨੂੰ ਭੁੱਲ ਜਾਂਦੇ ਹੋ। ਇਨਸਾਨ ਇੰਨਾ ਦੁਖੀ ਕਿਉਂ ਆ? ਪਤਾ ਕਿਉਂ ਆ? ਉਹਦਾ ਜਵਾਬ ਬਾਬੇ ਨਾਨਕ ਨੇ ਦਿੱਤਾ, ਬਹੁਤ ਸੌਖਾ, ਬਹੁਤ ਸਿੱਧਾ ਸਿੱਧਾ। ਕਹਿੰਦੇ ਜਦੋਂ ਤੁਸੀਂ ਵੱਡੇ ਬਣਨ ਦਾ ਯਤਨ ਕਰਦੇ ਹੋ, ਵੱਡੇ ਬਣਨਾ ਚਾਹੁੰਦੇ ਹੋ, ਵੱਡੇ ਬਣ ਜਾਂਦੇ ਹੋ, ਉਦੋਂ ਤੁਸੀਂ ਦੁਖੀ ਹੁੰਦੇ ਹੋ। ਵੱਡੇ ਬਣਨਾ ਕੀ ਹੈ? ਉਹ ਕਹਿੰਦੇ ਜਦੋਂ ਰੱਬ ਵਾਲੇ ਕੰਮ ਕਰਨ ਲੱਗ ਜਾਂਦੇ ਹੋ, ਜਿਹੜੇ ਕੰਮ ਰੱਬ ਨੇ ਕਰਨੇ ਸੀ ਉਹ ਤੁਸੀਂ ਕਹਿੰਦੇ ਹੋ ਮੈਂ ਕਰਾਂ। ਚਿੰਤਾ ਕਰਨਾ ਰੱਬ ਦਾ ਕੰਮ ਆ, ਤੁਹਾਡਾ ਨਹੀਂ। ਆਪਣਾ ਕੰਮ ਆ ਕਿਰਤ ਕਰਨੀ, ਸਿਰਫ ਕੰਮ ਕਰਨਾ। ਚਿੰਤਾ ਕਰਨਾ ਆਪਣਾ ਕੰਮ ਥੋੜ੍ਹੀ ਆ। ਸੋ ਕਰਤਾ ਚਿੰਤਾ ਕਰੇ ਜਿਹਨੋਂ ਪਾਇਆ ਜਗ। ਉਹ ਚਿੰਤਾ ਕਰੇ ਜਿਹਦਾ ਇਹ ਕੰਮ ਆ, ਉਹ ਰੱਬ ਦਾ ਕੰਮ ਆ, ਉਹਨੇ ਦੁਨੀਆ ਬਣਾਈ ਆ। ਬੰਦਿਆ ਤੂੰ ਕੰਮ ਕਰ, ਤੂੰ ਚਿੰਤਾ ਕਿਉਂ ਕਰਦਾ? ਜਦੋਂ ਤੂੰ ਚਿੰਤਾ ਕਰਦਾ, ਤੂੰ ਰੱਬ ਵਾਲੀ ਜਗ੍ਹਾ ਲੈਣ ਨੂੰ ਫਿਰਦਾ, ਫਿਰ ਤੂੰ ਦੁਖੀ ਹੁੰਦਾ, ਤੂੰ ਵੱਡਾ ਬਣਨ ਨੂੰ ਫਿਰਦਾ। ਉਦੋਂ ਚਿੰਤਤ ਹੀ ਦਿਸੈ ਸਭ ਕੋਏ। ਇੱਕ ਇੱਕ ਗੱਲ ਬਾਣੀ ਵਿੱਚੋਂ, ਕੋਈ ਬਾਹਰੋਂ ਨਹੀਂ। ਚਿੰਤਤ ਹੀ ਦਿਸੈ ਸਭ ਕੋਏ। ਗੁਰੂ ਅਰਜਨ ਦੇਵ ਜੀ ਇੱਕ ਦਿਨ ਬੈਠੇ ਸੀ ਨਾ, ਸਜੇ ਹੋਏ, ਸਾਖੀ ਆ ਪਿਆਰੇ ਦੀ, ਬਹੁਤ ਪਿਆਰੀ। ਕਹਿਣ ਲੱਗੇ, ਮੈਂ ਜਿਹਦੇ ਮੁਖ ਵੱਲ ਦੇਖਦਾ ਨਾ, ਉਹ ਚਿੰਤਾ ਦੇ ਵਿੱਚ ਆ। ਕੋਈ ਤਨ ਦੁਖੀ, ਕਿਸੇ ਨੂੰ ਤਾਂ ਤਨ ਕਰਕੇ ਬਿਮਾਰੀ ਲੱਗੀ ਆ, ਪੀੜਾ 'ਚ। ਕੋਈ ਮਨ ਦੁਖੀ, ਕਿਸੇ ਦਾ ਮਨ ਦੁਖੀ ਆ। ਕੋਈ ਚਿੱਤ ਉਦਾਸ, ਕਿਸੇ ਦਾ ਚਿੱਤ ਉਦਾਸ, ਜੀ ਨਹੀਂ ਲੱਗਦਾ। ਕਹਿੰਦੇ ਮੇਰਾ ਅੱਜ ਜੀ ਨਹੀਂ ਲੱਗਦਾ, ਇੱਦਾਂ ਕਹਿ ਦਿੰਦੇ ਆ ਨਾ। ਤਾਂ ਕਹਿੰਦੇ ਕਿਉਂ ਨੇ ਇਹ? ਪੁੱਛਿਆ ਕਿਸੇ ਨੇ, ਕਹਿੰਦੇ ਇਹ ਤਾਂ ਨੇ, ਇਹ ਰੱਬ ਬਣਨ ਨੂੰ ਫਿਰਦੇ ਆ। ਜਿਹੜਾ ਕੰਮ ਰੱਬ ਦਾ ਸੀ, ਗੁਰੂ ਅਰਜਨ ਦੇਵ ਜੀ ਕਹਿੰਦੇ, ਉਹ ਇਹ ਕਰਨ ਨੂੰ ਫਿਰਦੇ ਆ। ਉਹ ਨਹੀਂ ਕਰਦੇ ਜੋ ਰੱਬ ਕਹਿੰਦਾ ਹੈ। ਰੱਬ ਕਹਿੰਦਾ ਉਹ ਨਹੀਂ ਕਰਦੇ, ਰੱਬ ਦੀ ਜਗ੍ਹਾ ਲੈਣ ਨੂੰ ਫਿਰਦੇ ਆ। ਚਿੰਤਾ ਕਰਨਾ ਰੱਬ ਦਾ ਕੰਮ ਆ ਪਿਆਰਿਓ।
ਸਾਡਾ ਥੋੜੀ ਆ, ਉਹਨੇ ਬਣਾਈ ਆ ਦੁਨੀਆ, ਉਹ ਕਰੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਨਹੀਂ ਚਿੰਤਾ ਕਰਦੇ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਉਹ ਕਰੇ ਜਿਹਨੇ ਦੁਨੀਆ ਬਣਾਈ ਹੈ, ਜਿਹਨੇ ਮੈਨੂੰ ਬਣਾਇਆ ਉਹ ਕਰੇ। ਇਹਦਾ ਅਰਥ ਇਹ ਨਹੀਂ ਕਿ ਕੰਮ ਨਹੀਂ ਕਰਨੇ, ਆਪਾਂ ਪਰਿਵਾਰ ਨਹੀਂ ਪਾਲਣਾ। ਕਈ ਵਾਰ ਅਸੀਂ ਗੱਲ ਦਾ ਉਲਟ ਮਤਲਬ ਕੱਢ ਲੈਂਦੇ ਹਾਂ। ਇਹ ਨਹੀਂ ਮੈਂ ਕਹਿ ਰਿਹਾ, ਬਾਣੀ ਇਹ ਨਹੀਂ ਕਹਿ ਰਹੀ ਕੰਮ ਕਰੋ, ਚਿੰਤਾ ਨਾ ਕਰੋ, ਕਰਮ ਕਰੋ, ਉਹਦੀ ਫਿਕਰ ਨਾ ਕਰੋ। ਹਾਂ, ਕੰਮ ਚੰਗੇ ਕਰੋ, ਚੰਗਾ ਕੰਮ ਕਰੋ, ਕਰ ਦੋ, ਉਹਨੂੰ ਛੱਡ ਦੋ, ਬਸ ਉਹਦਾ ਫਲ ਮਿਲਣਾ ਨਹੀਂ ਮਿਲਣਾ ਰੱਬ ਜਾਣਦਾ ਹੈ। दुनिया में कुछ ऐसे भी कमल होते हैं, खिलते नहीं पर वक्त उजल होते हैं। जे बात जुदा है कि वो तामीर ना हो, हर जहन में कुछ ताज महल होते हैं। हर बंदे दे अंदर बहुत चंगे ख्याल हुंदे ने, पर बंदा उन्हां नूं करदा नहीं, इंसान उन्हां नूं करदा नहीं। मेरे मन हर गुण हर उचरो, पंक्ति है अगली पंक्ति, बंदिया हे मना तू ਉਹਨੂੰ याद क्यों नहीं करदा, तू क्यों नहीं करदा, तू कर सकदा। तेरे कोल जुबान आ, जुबान दे नाल सारा दिन किसी दीयां गल्लां हो सकदियां, ख्यालां दे विच एवें ही आलतू फालतू गल्लां आ सकदियां। क्यों नहीं तू ਉਹਦਾ नाम क्यों नहीं जप सकदा। फिर अगे दसदे आ, मस्तक लिखत लिखे गुण गाए, मिल संगत पार पर हो। क्योंकि तू संगत नहीं करदा, संगत चंगी संगत नहीं करदा, भाव कि तू चंगियां विच आ के नहीं बहिंदा, तां तैनूं जिहड़ी जुबान आ, रसना है, ਉਹਦਾ सही इस्तेमाल करना नहीं आउंदा। इस करके तू डोल जाना, इस करके तू कदम कदम ते गलतियां करदा। तेरे कोल संगत नहीं। काहदी गल आपां शुरू कीती सी, दो ਗੱਗੇ, ਗੱਗਾ ਗੁਰਬਾਣੀ, ਦੂਜਾ ਗੱਗਾ ਗੁਰਮੁਖ। ਇਹਨਾਂ 'ਚੋਂ ਦੋਨਾਂ ਵਿੱਚੋਂ ਇੱਕ ਵੀ ਤੇਰੇ ਕੋਲ ਨਹੀਂ ਹੈਗਾ। ਗੁਰਬਾਣੀ ਵੀ ਹੈ ਨਹੀਂ, ਗੁਰਮੁਖ ਵੀ ਹੈ ਨਹੀਂ, ਭਾਵ ਗੁਰਮੁਖਾਂ ਦੀ ਸੰਗਤ ਵੀ ਹੈ ਨਹੀਂ, ਗੁਰਬਾਣੀ ਵੀ ਹੈ ਨਹੀਂ। ਗੁਰਬਾਣੀ ਪ੍ਰਮਾਤਮਾ ਹੈ, ਪ੍ਰਮਾਤਮਾ ਦੀ ਵਿਆਖਿਆ ਕਰਨ ਲਈ ਰੱਬ ਦਾ ਪਿਆਰਾ ਉਹਨੂੰ ਗੁਰਮੁਖ ਕਹਿੰਦੇ ਨੇ। ਤੇਰੇ ਕੋਲ ਦੋਨੋਂ ਹੀ ਹੈ ਨਹੀਂ ਗੇ, ਤਾਂ ਕਰਕੇ ਤੈਨੂੰ ਪਤਾ ਹੀ ਨਹੀਂ ਵੀ ਜ਼ਿੰਦਗੀ ਕੀ ਹੁੰਦੀ ਆ। ਰਹਾਓ, ਰਹਾਓ ਦੇ ਅਰਥ ਹੁੰਦੇ ਆ ਠਹਿਰਾਓ। ਉਦੋਂ ਬਾਅਦ ਫਿਰ ਮਹਾਰਾਜ ਬਚਨ ਕਰਦੇ ਨੇ, ਕਾਇਆ ਨਗਰ ਮੈਂ ਰਾਮ ਰਸ ਊਤਮ, ਕਿਉਂ ਪਾਈਐ ਉਪਦੇਸ਼ ਜਨ ਕਰੋ। ਇਹ ਜਿਹੜੀ ਦੇਹ ਆ, ਇਹ ਸ਼ਹਿਰ ਹੈ, ਇਹ ਇੱਕ ਸਿਟੀ ਆ, ਇੱਕ ਸ਼ਹਿਰ ਆ। ਗੁਰੂ ਰਾਮਦਾਸ ਜੀ ਕਹਿੰਦੇ ਕਾਇਆ ਨਗਰ, ਇਹ ਦੇਹ ਇੱਕ ਸ਼ਹਿਰ ਆ, ਇਹਦੇ ਵਿੱਚ ਬੜਾ ਕੁਝ ਵਿਕ ਰਿਹਾ, ਦੁਕਾਨਾਂ ਨੇ ਇਹਦੇ ਵਿੱਚ, ਬਹੁਤ ਕੁਝ ਆ, ਬਹੁਤ ਕੁਝ ਆ। ਕਿਉਂ ਪਾਈਏ ਉਪਦੇਸ਼ ਜਨ ਕਰੋ। ਇਹ ਇੱਕ ਸ਼ਹਿਰ ਆ, ਜਿਹੜੀ ਸਾਡਾ ਸਰੀਰ ਆ, ਦੇਹ ਆ, ਇਹ ਇੱਕ ਸ਼ਹਿਰ ਮੰਨ ਲਓ ਇਹਨੂੰ। ਗੁਰੂ ਰਾਮਦਾਸ ਜੀ ਕਹਿੰਦੇ ਇਹਦੇ ਵਿੱਚ ਵੱਖ 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 ਤਰ੍ਹਾਂ ਦੇ ਖਿਆਲ ਆਉਂਦੇ ਨੇ, ਵੱਖ ਵੱਖ ਹੱਟੀਆਂ ਨੇ, ਵੱਖ ਵੱਖ ਦੁਕਾਨਾਂ ਨੇ, ਸ਼ਾਪਿੰਗ ਮਾਲ ਨੇ, ਵੱਡੇ ਵੱਡੇ ਬਣੇ ਪਏ ਨੇ। ਭਾਵ ਇੱਕ ਖਿਆਲ ਦੂਜੇ ਖਿਆਲ ਨੂੰ ਸੱਦ ਰਿਹਾ, ਦੂਜਾ ਤੀਜੇ ਨੂੰ, ਤੀਜਾ ਅਗਲੇ ਨੂੰ। ਬਹੁਤ ਕੁਝ ਆ ਇਸ ਸ਼ਹਿਰ ਦੇ ਅੰਦਰ, ਸਰੀਰ ਦੇ ਅੰਦਰ ਬਹੁਤ ਕੁਝ ਆ। ਪਰ ਉਹ ਦੁਕਾਨ ਕਿੱਥੇ ਆ, ਉਹ ਦੁਕਾਨ ਕਿੱਥੇ ਆ ਜਿਹਦੇ ਵਿੱਚ ਆਨੰਦ ਆ। ਕਿਉਂ ਪਾਈਏ ਉਪਦੇਸ਼ ਜਨ ਕਰੋ। ਸਰੀਰ ਇੱਕ ਸ਼ਹਿਰ ਹੈ, ਸ਼ਹਿਰ ਦੇ ਵਿੱਚ ਦੁਕਾਨਾਂ ਨੇ, ਦੁਕਾਨਾਂ 'ਚ ਉਹ ਦੁਕਾਨ ਕਿੱਥੇ ਆ ਜਿਹਦੇ ਦੁਆਰਾ ਆਤਮਿਕ ਆਨੰਦ ਮਿਲਦਾ ਹੈ। ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਉਹ ਅੰਮ੍ਰਿਤ ਦੀ ਦੁਕਾਨ ਕਿੱਥੇ ਆ। ਇਹ ਸਰੀਰ ਇੱਕ ਸ਼ਹਿਰ ਹੈ, ਸ਼ਹਿਰ ਦੇ ਵਿੱਚ ਦੁਕਾਨਾਂ ਨੇ, ਦੁਕਾਨਾਂ 'ਚੋਂ ਉਹ ਦੁਕਾਨ ਦਾ ਟਿਕਾਣਾ ਕੌਣ ਦੱਸੇਗਾ ਜਿੱਥੇ ਅੰਮ੍ਰਿਤ ਆ। ਉਹ ਕਹਿੰਦੇ ਉਪਦੇਸ਼, ਗੁਰੂ ਕਾ ਉਪਦੇਸ਼, ਗੁਰੂ ਦਾ ਇਸ਼ਾਰਾ। ਇੱਕ ਸਾਈਨ ਬੋਰਡ ਹੁੰਦੇ ਨੇ, ਤੁਸੀਂ ਵੇਖਿਓ ਵੱਡੀਆਂ ਦੁਕਾਨਾਂ ਜਿਹੜੀਆਂ ਹੁੰਦੀਆਂ ਨੇ, ਉਹਨਾਂ 'ਤੇ ਉੱਪਰ ਸਾਈਨ ਬੋਰਡ ਲਿਖੇ ਹੁੰਦੇ ਨੇ ਵੀ ਇਹ ਦੁਕਾਨ ਫਲਾਣੀ ਆ। ਉਹ ਦੁਕਾਨ ਕਈ ਜਿਹੜੀ ਜ਼ਿਆਦਾ ਮਸ਼ਹੂਰ ਹੋਵੇ, ਉਹ 2 ਕਿਲੋਮੀਟਰ ਤੋਂ ਹੀ ਬੋਰਡ ਲੱਗ ਜਾਂਦੇ ਵੀ ਇੱਧਰ ਨੂੰ ਜਾਓ, ਸੱਜੇ ਖੱਬੇ ਇੱਧਰ ਜਾਓ।
ਤਾਂ ਗੁਰੂ ਸਾਹਿਬ ਜੀ ਇੱਕ ਇਸ਼ਾਰਾ ਕਰਦੇ ਆ, ਗੁਰਬਾਣੀ ਇੱਕ ਇਸ਼ਾਰਾ ਕਰਦੀ ਆ ਕਿ ਇਵੇਂ ਜਾ, ਸੱਜੇ ਖੱਬੇ ਨਾ ਮੁੜੀ, ਖੱਬੇ ਗਲਤ ਆ, ਰੌਂਗ ਆ, ਸੱਜੇ ਜਾ ਅੱਗੇ ਫਿਰ ਖੱਬੇ ਹੋ ਜੀ, ਤੇ ਇੱਕ ਦੁਕਾਨ ਹੈ ਅੰਮ੍ਰਿਤ ਦੀ, ਜੇ ਤੂੰ ਐਵੇਂ ਚੱਲੇਗਾ ਤੇ ਪਹੁੰਚ ਜਾਏਗਾ। ਤਾਂ ਐਵੇਂ ਮਹਾਰਾਜ ਕਹਿੰਦੇ, ਗੁਰਮਤਿ ਹਰ ਰਸ ਮੀਠਾ ਲਾਗਾ, ਤਿਨ ਬਿਸਰੇ ਸਭ ਬਿਖ ਰਸ ਹੋ। ਪਹਿਲਾਂ ਇਨਸਾਨ ਦੂਜੀਆਂ ਦੁਕਾਨਾਂ ਤੇ ਭਟਕੀ ਗਿਆ। ਉਹ ਕਹਿੰਦਾ ਇਹ ਵੀ ਦੁਕਾਨ ਵਧੀਆ, ਇਹਦਾ ਵੀ ਸਮਾਨ ਖਾਣ ਪੀਣ ਵਾਲਾ ਵਧੀਆ। ਇੱਕ ਦਿਨ ਉਹਨੂੰ ਗੁਰੂ ਨੇ ਕੁਝ ਦੱਸਿਆ, ਇਸ਼ਾਰਾ ਹੀ ਕੀਤਾ ਕਿ ਸਾਰੀਆਂ ਦੁਕਾਨਾਂ ਦੇਖ ਲਈਆਂ, ਹੁਣ ਜਾ ਉਹ ਦੁਕਾਨ ਤੇ ਵੀ ਜਾ ਕੇ ਆ। ਉੱਥੇ ਜਦੋਂ ਗਿਆ, ਉਹ ਕਹਿਣ ਲੱਗਾ, ਪਹਿਲਾਂ ਜਿਹੜੀਆਂ ਦੁਕਾਨਾਂ ਤੇ ਮੈਂ ਰੁਕਦਾ ਸੀ, ਬਹੁਤ ਜ਼ਿੰਦਗੀ ਬਤੀਤ ਕੀਤੀ, ਉਹਨਾਂ ਦਾ ਰਸ ਕੁਝ ਵੀ ਨਹੀਂ, ਇਹ ਰਸ ਅੱਗੇ ਜਿਹੜੀ ਦੁਕਾਨ ਤੇ ਅੱਜ ਗੁਰੂ ਨੇ ਮੈਨੂੰ ਭੇਜਿਆ ਹੈ। ਗੁਰਮਤਿ ਹਰ ਰਸ ਮੀਠਾ ਲਾਗਾ। ਸਰੀਰ ਇੱਕ ਸਿਟੀ ਆ, ਸ਼ਹਿਰ ਹੈ, ਉਹਦੇ ਵਿੱਚ ਕਈ ਦੁਕਾਨਾਂ ਨੇ, ਕਈ ਬੰਦਿਆਂ ਦੇ ਅੰਦਰ ਹੀ ਬੜਾ ਕੁਝ ਆ, ਵੱਖ-ਵੱਖ ਇੱਦਾਂ ਜਿੱਦਾਂ ਪਲਾਟ ਕੱਟੇ ਹੁੰਦੇ ਨੇ, ਪਰ ਉਹਦੇ ਵਿੱਚ ਹੀ ਇੱਕ ਅੰਮ੍ਰਿਤ ਦੀ ਦੁਕਾਨ ਹੈ। ਇਸ ਦੇਹੀ ਮੈਂ, ਉਹ ਦੇਹ ਦੇ ਵਿੱਚ ਹੀ ਆ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਇਸ ਦੇਹੀ ਮੈਂ ਇਸ ਕਾਲ ਵਿਸਰਾਮ, ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ। ਉਹ ਹੱਟੀ ਤੇ ਜਦੋਂ ਮੈਂ ਗਿਆ ਤੇ ਉਹ ਚੀਜ਼ਾਂ ਨੂੰ ਮਾਣਿਆ ਨਾ, ਫਿਰ ਮੈਂ ਕਿਹਾ ਕਿ ਇਹ ਤਾਂ ਸਭ ਤੋਂ ਮਿੱਠਾ ਹੈ। ਪਹਿਲਾਂ ਤਾਂ ਐਵੇਂ ਜ਼ਿੰਦਗੀ ਗਾਲਤੀ। ਮੰਨ ਲਓ ਤੁਸੀਂ ਕੋਈ ਜ਼ਿੰਦਗੀ 'ਚ ਕਿਤਾਬ ਪੜ੍ਹੀ ਨਾ, ਉਹ ਤਾਂ ਚੰਗੀ ਮੰਨੀ ਜਾਊਗੀ ਵਿਦਵਾਨਾਂ ਦੇ ਅਨੁਸਾਰ, ਜੇ ਤੁਸੀਂ ਕਹਿ ਦੋਗੇ ਕਿ ਇਹ ਮੈਂ ਪਹਿਲਾਂ ਕਿਉਂ ਨਹੀਂ ਪੜ੍ਹੀ। ਕੋਈ ਵੀ ਚੰਗੀ ਕਿਤਾਬ ਉਦੋਂ ਚੰਗੀ ਹੁੰਦੀ ਆ ਜਦੋਂ ਤੁਸੀਂ ਮਹਿਸੂਸ ਕਰਦੇ ਹੋ, ਕਾਸ਼ ਮੈਂ ਪਹਿਲਾਂ ਪੜ੍ਹ ਲੈਂਦੀ ਜਾਂ ਪੜ੍ਹ ਲੈਂਦਾ, ਪਹਿਲਾਂ ਕਿਉਂ ਨਹੀਂ ਪੜ੍ਹੀ। ਜਪਜੀ ਸਾਹਿਬ ਦੇ ਸਿੱਖਾ, ਜਦੋਂ ਤੂੰ ਅਰਥ ਪੜ੍ਹੇਗਾ, ਤੂੰ ਮੱਥੇ ਤੇ ਹੱਥ ਮਾਰੇਗਾ। ਇਹ ਤੇਰੀ ਉਮਰ 50 ਸਾਲ ਹੈ ਨਾ, ਤੂੰ ਕਹੇਗਾ 50 ਸਾਲ ਪਹਿਲਾਂ ਕਿਉਂ ਨਹੀਂ ਪੜ੍ਹਦੇ। ਕਾਸ਼ ਮੈਂ 50 ਸਾਲ ਪਹਿਲਾਂ ਪੜ੍ਹੇ ਹੁੰਦੇ। ਇਹ ਇੰਨੀ ਕੀਮਤੀ ਚੀਜ਼ ਆ। ਤੁਹਾਨੂੰ ਅਫਸੋਸ ਹੋਵੇਗਾ ਉਸ ਦਿਨ ਜਿਸ ਦਿਨ ਤੁਸੀਂ ਪੜ੍ਹੋਗੇ ਜਪਜੀ ਸਾਹਿਬ ਦੇ ਅਰਥ, ਇਸ ਗੱਲ ਲਈ ਕਾਸ਼ ਮੈਂ ਪਹਿਲਾਂ ਪੜ੍ਹੇ ਹੁੰਦੇ, ਕਾਸ਼ ਮੈਂ ਪਹਿਲਾਂ ਸਿੱਖ ਲੈਂਦਾ। ਇਸ ਕਰਕੇ RAM ਨਾਮ ਰਸ RAM ਰਸਾਇਣ, ਹਰ ਸੇਵੋ ਸੰਤ ਜਨ ਹੋ, ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜਹੁ। ਜਿਹੜਾ ਗੁਰਬਾਣੀ ਨੂੰ ਸਮਝ ਕੇ ਪੜ੍ਹਦਾ ਹੈ ਤੇ ਉਹਨੂੰ ਚਾਰ ਪਦਾਰਥ ਮਿਲਦੇ ਨੇ, ਉਹਨੂੰ ਕਮਾਉਂਦਾ ਹੈ। ਅਰਥ, ਧਰਮ, ਕਾਮ, ਮੋਕਸ਼, ਚਾਰ ਪਦਾਰਥ ਇਹ ਨੇ। ਅਰਥ, ਉਹਦੀ ਆਰਥਿਕ ਹਾਲਤ ਚੰਗੀ ਹੁੰਦੀ ਆ। ਗੁਰਬਾਣੀ ਨੂੰ ਪੜ੍ਹ ਕੇ ਆਰਥਿਕ ਹਾਲਤ, ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮ ਆ, ਠੀਕ ਹੁੰਦੀ ਆ। ਕਿਵੇਂ? ਗੁਰਬਾਣੀ ਸਾਨੂੰ ਕਿਰਤ ਕਰਨੀ ਸਿਖਾਉਂਦੀ ਆ, ਨਸ਼ਿਆਂ ਤੋਂ ਰੋਕਦੀ ਆ। ਜਿਹੜਾ ਬੰਦਾ ਨਸ਼ਿਆਂ ਤੋਂ ਬਚ ਜਾਏਗਾ, ਉਹਨੇ ਜੇ 100 ਕਮਾਉਣਾ ਤੇ ਉਹਨੇ 100 ਦੇ ਵਿੱਚੋਂ ਕੁਝ ਬੱਚਿਆਂ ਨੂੰ ਵੀ ਲੈ ਕੇ ਦਊਗਾ, ਘਰ ਵਿੱਚ ਰੱਖੂਗਾ। ਜੇ ਸ਼ਰਾਬ ਪੀਣ ਵਾਲਾ 300 ਵੀ ਕਮਾਊਗਾ, ਉਹਨੇ 300 ਉਡਾ ਦੇਣਾ। ਗੁਰਬਾਣੀ ਆਰਥਿਕ ਪੱਖ ਬੰਦੇ ਦਾ ਸਟਰੋਂਗ ਕਰਦੀ ਆ। ਇਹ ਪੈਸਾ ਹੋਣਾ ਜ਼ਰੂਰੀ ਆ। ਚਾਰ ਪਦਾਰਥਾਂ ਚੋਂ ਅਰਥ ਕਹਿੰਦੇ ਆ ਆਰਥਿਕ ਹਾਲਤ ਚੰਗੀ ਹੁੰਦੀ ਆ। ਅੱਗੇ ਆ ਧਰਮ, ਇਹ ਤਾਂ ਬਹੁਤ ਜ਼ਰੂਰੀ ਆ। ਇਕੱਲੇ ਪੈਸਾ ਵੀ ਆ ਗਿਆ, ਧਰਮ ਹੀ ਨਹੀਂ ਆਇਆ ਤੇ ਕੀ ਆਇਆ? ਕੁਝ ਵੀ ਨਹੀਂ ਆਇਆ। ਧਰਮ ਬੰਦੇ ਨੂੰ ਮਿਲਦਾ। ਕਾਮਨਾ, ਬੰਦੇ ਦੀ ਕਾਮਨਾ ਕੀ ਆ? ਸੁੱਖ ਮਿਲੇ ਮੈਨੂੰ, ਸੁੱਖ ਮਿਲੇ। ਉਹ ਗੁਰਬਾਣੀ 'ਚ ਹੀ ਆ। ਤਾਂ ਗੁਰਬਾਣੀ ਨੂੰ ਕਮਾਉਣ ਨਾਲ ਉਹ ਕਾਮਨਾ ਵੀ ਪੂਰੀ ਹੁੰਦੀ ਆ, ਸੁੱਖਾਂ ਵਾਲੀ। ਮੋਕਸ਼ ਚੌਥਾ ਪਦਾਰਥ ਆ। ਜਨਮਾਂ ਨਾ ਮੈਂ, ਮਰਾਂ ਨਾ ਮੈਂ, ਮੁਕਤ ਹੋ ਜਾ, ਉਹ ਵੀ ਗੁਰਬਾਣੀ 'ਚੋਂ ਮਿਲਦਾ। ਚਾਰ ਪਦਾਰਥ ਚਾਰੇ ਹੀ ਪਾਏ ਗੁਰੂ ਰਾਮਦਾਸ ਜੀ। ਗੁਰਮਤਿ ਨਾਨਕ ਹਰਿ ਭਜਹੁ। ਜਦੋਂ ਮੈਂ ਗੁਰੂ ਨੂੰ ਸਮਝ ਕੇ ਪੜ੍ਹਿਆ ਤਾਂ ਉਦੋਂ ਇਹ ਮੈਂ ਸਾਰੀਆਂ ਚੀਜ਼ਾਂ ਨੂੰ ਪਾ ਲਿਆ। ਆਰਥਿਕ ਹਾਲਤ ਮੇਰੀ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਹੈ ਠੀਕ ਹੋ ਗਈ। ਹੁਣ ਮੈਂ ਕਹਾਂਗਾ ਨਸ਼ਿਆਂ 'ਚ ਹੀ ਨਹੀਂ ਪੈਣਾ। ਜਿਹੜਾ ਬੰਦਾ 5000 ਕਮਾਉਂਦਾ, 7000 ਕਮਾਉਂਦਾ,
ਜੇ ਉਹ ਨਸ਼ੇ ਨਹੀਂ ਕਰਦਾ ਉਹਨੂੰ ਤਾਂ 70,000 ਵਰਗਾ ਹੋ। ਇੱਕ ਉਦਾਹਰਨ ਆ, ਜਿਹੜਾ ਬੰਦਾ 70,000 ਕਮਾਉਂਦਾ ਤੇ ਉਹ ਨਸ਼ਾ ਕਰਦਾ ਤੇ ਉਹਦੇ ਲਈ ਤਾਂ ਭਾਈ ਉਹ ਥੋੜ੍ਹਾ ਹੀ ਆ। ਇਸ ਕਰਕੇ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਇਨਸਾਨ ਦੀ ਆਰਥਿਕ ਹਾਲਤ ਸਹੀ ਹੁੰਦੀ ਆ। ਗੁਰਬਾਣੀ ਨੂੰ ਪੜ੍ਹਨ ਦੇ ਨਾਲ ਬੰਦੇ ਨੂੰ ਕਿਰਤ ਕਰਨੀ ਕਿਵੇਂ ਕਰਨੀ ਆ ਉਹ ਵੀ ਪਤਾ ਲੱਗਦਾ। ਆਰਥਿਕ ਧਰਮ ਕਿਵੇਂ ਕਮਾਉਣਾ ਇਹ ਪਤਾ ਲੱਗਦਾ। ਕਾਮਨਾ ਬੰਦੇ ਨੂੰ, ਹਰ ਬੰਦੇ ਨੂੰ ਸੁੱਖ ਚਾਹੀਦਾ। ਕਿਹੜਾ ਬੰਦਾ ਕਹਿੰਦਾ ਮੈਨੂੰ ਦੁੱਖ ਮਿਲੇ? ਕੋਈ ਨਹੀਂ ਕਹਿੰਦਾ। ਇਹ ਸੁੱਖ ਗੁਰਬਾਣੀ ਵਿੱਚ ਹੀ ਹੈ। ਗੁਰਬਾਣੀ ਵਿੱਚ ਕੀ ਆ? ਉਹਦਾ ਨਾਮ, ਪਰਮਾਤਮਾ ਦੀ ਬੰਦਗੀ ਕਰੋ, ਪਰਮਾਤਮਾ ਨੂੰ ਚੇਤੇ ਕਰੋ। ਕਿਉਂ ਕਰੋ? ਉਹਨੂੰ ਭੁੱਲ ਗਏ। ਭੁੱਲੇ ਕਿਉਂ? ਭੁੱਲੇ ਤਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਵੱਡਾ ਸਮਝ ਲਿਆ। ਆਪਦੇ ਆਪ ਨੂੰ ਚੇਤੇ ਕਰੀ ਜਾਂਦੇ ਹਾਂ, ਆਪਦੇ ਆਪ ਨੂੰ ਚੇਤੇ ਕਰੀ ਜਾਂਦੇ ਹਾਂ। ਕਈਆਂ ਨੇ ਆਪਣੇ ਦੁਸ਼ਮਣਾਂ ਨੂੰ ਵੱਡਾ ਮੰਨ ਲਿਆ, ਉਹਨਾਂ ਨੂੰ ਚੇਤੇ ਕਰੀ ਜਾਂਦੇ ਨੇ। ਇਸ ਕਰਕੇ ਜਦੋਂ ਅਸੀਂ ਹਉਮੈ ਦੇ ਵਿੱਚ ਹੁੰਦੇ ਹਾਂ ਉਦੋਂ ਰੱਬ ਦੀ ਯਾਦ ਨਹੀਂ ਆਉਂਦੀ। ਕਬੀਰ ਸਾਹਿਬ ਜੀ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਮੇਰੀ ਮੈਂ ਮਿਟੀ ਉਦੋਂ ਮੈਨੂੰ ਤੂੰ ਦਿਖਿਆ, ਆਪਦੇ ਆਪ 'ਚੋਂ ਵੀ ਸਾਰਿਆਂ 'ਚੋਂ। ਪਰ ਜਦੋਂ ਮੈਂ ਸੀ ਉਦੋਂ ਨਹੀਂ ਦਿਖਿਆ। ਇਹਦਾ ਕਾਰਨ ਇਹ ਆ ਵੀ ਇਨਸਾਨ ਵਿੱਚ ਹਉਮੈ ਹੀ ਆ, ਜਿਹੜੀ ਰੱਬ ਦਾ ਨਾਮ ਉਹਨੂੰ ਜਪਣ ਨਹੀਂ ਦਿੰਦੀ, ਜਿਹਦੇ ਵਿੱਚ ਸਾਰੇ ਸੁੱਖ ਨੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ, ਇਹ ਕਹਿਣਾ ਕਿ ਸਿੱਖ ਜਿਹੜਾ ਹੁੰਦਾ ਨਾ, ਸਿੱਖੀ ਕੀ ਹੁੰਦੀ ਆ? ਸੰਸਾਰ ਦਾ ਗਿਆਨ ਲੈਣਾ ਨਹੀਂ। ਲੋਕਾਂ ਨੂੰ ਬਹੁਤ ਗਿਆਨ ਹੈ, ਕਿਸੇ ਨੂੰ ਕਿਵੇਂ ਠੱਗਣਾ, ਕਿਸੇ ਨਾਲ ਕਿਵੇਂ ਧੋਖੇ ਕਰਨੇ ਆ, ਬੰਦੇ ਨੂੰ ਬਹੁਤ ਪਤਾ। ਬਹੁਤ ਚਲਾਕ ਆ ਬੰਦਾ ਸੰਸਾਰ ਦੇ ਤਲ 'ਤੇ। ਧਰਮ ਦੇ ਤਲ 'ਤੇ ਭਾਈ ਗੁਰਦਾਸ ਜੀ ਕਹਿੰਦੇ ਬੰਦਾ ਇਉਂ ਆ ਜਿਵੇਂ ਹੁਣੇ ਹੀ ਇਹਨੇ ਤੁਰਨਾ ਸਿੱਖਿਆ। ਇੱਕ ਬੱਚੇ ਹੁੰਦੇ ਆ, ਤੁਰਨਾ ਸਿੱਖਦੇ ਆ, ਜਦੋਂ ਤੁਰਦੇ ਆ ਡਿੱਗਦੇ ਆ, ਤੁਰਦੇ ਆ ਡਿੱਗਦੇ ਆ। ਧਰਮ ਦੀ ਦੁਨੀਆ 'ਤੇ ਬੰਦਾ ਤਾਂ ਇਉਂ ਆ ਜਿਵੇਂ ਕਿ ਇਹਨੇ ਹੁਣੇ ਤੁਰਨਾ ਸਿੱਖਿਆ। ਸੰਸਾਰ ਦੀ ਦੁਨੀਆ 'ਚ ਇਉਂ ਆ ਜਿਵੇਂ ਕਿ ਇਹ ਬਜ਼ੁਰਗ ਬੜਾ ਚਲਾਕ, ਨੂੰ ਸਾਰਾ ਹੀ ਪਤਾ। ਧਰਮ ਦੀ ਦੁਨੀਆ 'ਚ ਇਆਣਾ ਹੈ, ਨਿਆਣਾ ਹੈ। ਸੰਸਾਰ ਦੀ ਦੁਨੀਆ 'ਚ ਸਿਆਣਾ ਹੈ, ਇਹਨੂੰ ਸਾਰਾ ਹੀ ਪਤਾ। ਇਹਨੂੰ ਕੀ ਧੋਖਾ ਦੇਣਾ, ਬਚਨ ਕਰਕੇ ਕਿਵੇਂ ਮੁੱਕਰਨਾ, ਇਹਨੂੰ ਸਾਰਾ ਹੀ ਪਤਾ। ਕਿਵੇਂ ਧੋਖੇ ਕਰਨੇ ਨੇ, ਕੀ ਕਰਨਾ, ਸਾਰਾ ਹੀ ਪਤਾ ਬੰਦੇ ਨੂੰ। ਇਸ ਕਰਕੇ ਅੰਗ ਅੰਗ ਭੰਗ ਹੈ, ਕੈਸੇ ਉਹ ਨਾਇਕ ਕੀ ਨਾਇਕਾ ਕਹਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਅਸੀਂ ਕਿਵੇਂ ਕਹਿ ਲਈਏ ਕਿ ਉਹਦੀ ਅਸੀਂ ਦੁਲਹਨ ਹਾਂ, ਉਹ ਰੱਬ ਦੀ ਅਸੀਂ ਸੁਹਾਗਣ ਹਾਂ? ਕਿਵੇਂ ਕਹਿ ਦਈਏ? ਉਹ ਨਾਇਕ ਦੀ ਨਾਇਕਾ ਕਿਵੇਂ ਕਹਾਈਏ? ਅਸੀਂ ਤਾਂ ਅੰਗ ਅੰਗ ਭੰਗ, ਸਾਡਾ ਤਾਂ ਅੰਗ ਅੰਗ ਟੁੱਟਿਆ ਪਿਆ ਧਰਮ ਦੀ ਦੁਨੀਆ 'ਚ। ਰਿੜਨਾ ਵੀ ਨਹੀਂ ਆਇਆ ਸਾਨੂੰ। ਭਾਈ ਗੁਰਦਾਸ ਜੀ ਤਾਂ ਇਉਂ ਕਹਿੰਦੇ, ਅਸੀਂ ਚੱਲੇ ਡਿੱਗ ਪਏ, ਚੱਲੇ ਡਿੱਗ ਪਏ। ਇਉਂ ਲੱਗਦਾ ਵੀ ਅਸੀਂ ਤਾਂ ਰਿੜਨਾ ਹੀ ਨਹੀਂ ਸਿੱਖਿਆ। ਇਉਂ ਲੱਗਦਾ ਸਾਡਾ ਜਨਮ ਹੀ ਨਹੀਂ ਹੋਇਆ ਧਰਮ ਵਾਲੀ ਦੁਨੀਆ 'ਚ। ਮੌਲਾਨਾ ਰੂਮੀ ਦੀ ਇੱਕ ਗੱਲ ਕਹਿ ਕੇ ਬੜੀ ਸਮਾਪਤੀ ਕਰ ਦੇਣੀ ਆਪਾਂ, ਬੜੀ ਪਿਆਰੀ ਗੱਲ ਆ। ਕਹਿੰਦੇ ਮਾਂ ਦੇ ਗਰਭ ਦੇ ਵਿੱਚ ਨਾ ਜਦੋਂ ਬੱਚਾ ਹੁੰਦਾ ਹੈ, ਮਾਂ ਦੇ ਉਦਰ ਵਿੱਚ, ਪੇਟ ਵਿੱਚ ਬੱਚਾ ਹੁੰਦਾ ਹੈ, ਕਹਿੰਦੇ ਉਹਨੂੰ ਜਦੋਂ ਆਪਾਂ ਕਹਿੰਦੇ ਆ ਨਾ ਬਾਹਰ ਵੀ ਇੱਕ ਦੁਨੀਆ ਭਾਈ। ਉਹ ਬੱਚੇ ਨੂੰ ਕਹਿੰਦੇ ਜਾ ਕੇ ਕਹੋ ਇਹ ਗਰਭ ਤੋਂ ਬਾਹਰ ਇੱਕ ਦੁਨੀਆ, ਉੱਥੇ ਸੂਰਜ ਚੜ੍ਹਦਾ, ਉੱਥੇ ਫੁੱਲ ਖਿੜਦੇ ਆ, ਉੱਥੇ ਲੋਕ ਵਸਦੇ ਨੇ, ਉੱਥੇ ਘਰ ਬਣੇ ਹੋਏ ਨੇ, ਉੱਥੇ ਫੁੱਲ ਖਿੜਦੇ ਨੇ, ਉੱਥੇ ਫਸਲਾਂ ਨੇ, ਉੱਥੇ ਚੰਦ ਆ, ਉੱਥੇ ਤਾਰੇ ਆ। ਕਹਿੰਦੇ ਉਹ ਨਹੀਂ ਮੰਨਦਾ। ਮੌਲਾਨਾ ਰੂਮੀ ਜੀ ਕਹਿੰਦੇ ਉਹਨੂੰ ਕਹੀ ਚੱਲੋ, ਉਹ ਪੇਟ ਵਿੱਚ ਆ, ਉਹ ਕਹੂਗਾ ਨਾ ਆਹੀ ਜ਼ਿੰਦਗੀ ਹੁੰਦੀ ਆ। ਕਹਿੰਦੇ ਜਦੋਂ ਸਾਧੂ ਸੰਤ ਕੋਈ ਗੁਰੂ ਸਾਹਿਬ ਸਾਨੂੰ ਆ ਕੇ ਕਹਿੰਦੇ ਆ ਭਾਈ ਧਰਮ ਵੀ ਹੁੰਦਾ, ਧਰਮ ਵੀ ਇੱਕ ਜ਼ਿੰਦਗੀ ਹੁੰਦੀ ਆ, ਤੇ ਬੰਦਾ ਉਹ ਗਰਭ ਵਿੱਚ ਪਏ ਹੋਏ ਬੱਚਿਆਂ ਵਾਂਗੂ ਕਹਿੰਦਾ, ਉਹ ਕਹਿੰਦਾ ਕੀ ਇਹ ਕੀ ਹੁੰਦਾ? ਉਹ ਕਹਿੰਦਾ ਨਹੀਂ ਨਹੀਂ ਆਹੀ ਜ਼ਿੰਦਗੀ ਆ, ਚਲਾਕੀਆਂ ਹੀ ਜ਼ਿੰਦਗੀ ਆ, ਆਹ ਧੋਖੇ ਦੇਣੇ ਹੀ ਜ਼ਿੰਦਗੀ ਆ ਮੇਰੇ ਲਈ। ਉਹਨੂੰ ਵੀ ਨਹੀਂ ਸਮਝ ਆਉਂਦੀ। ਜਿੱਦਾਂ ਗਰਭ ਵਿੱਚ ਪਿਆ ਹੋਇਆ ਬੱਚਾ, ਉਹਨੂੰ ਕੁਝ ਨਹੀਂ ਪਤਾ ਵੀ ਬਾਹਰ ਵੀ ਦੁਨੀਆ, ਉਹ ਤਾਂ ਬਾਹਰ ਆਊਗਾ ਤੇ ਪਤਾ ਲੱਗੂ।
ਸਿੱਖ ਨੂੰ ਗੁਰੂ ਸਾਹਿਬ ਕਹੀ ਜਾਂਦੇ ਆ, ਸਮਝਾਈ ਜਾਂਦੇ ਆ। ਸਿੱਖ ਵੀ ਕਹਿੰਦਾ ਧਰਮ ਕੀ ਹੁੰਦਾ ਜੀ? ਲੋਗਣ ਰਾਮ ਖਿਲਾਉਣਾ ਜਾਨਾ, ਮਾਥੇ ਤਿਲਕ ਹੱਥ ਮਾਲਾ ਬਾਨਾ। ਕਬੀਰ ਸਾਹਿਬ ਜੀ ਕਹਿੰਦੇ ਲੋਕ ਮੱਥੇ ਤੇ ਤਿਲਕ ਲਾ ਲੈਂਦੇ ਆ, ਹੱਥ 'ਚ ਮਾਲਾ ਫੜ ਲੈਂਦੇ ਆ, ਧੋਤੀਆਂ ਬੰਨ੍ਹ ਲੈਂਦੇ ਆ। ਆਪਣੇ ਸਿੱਖਾਂ ਨੇ ਵੀ ਇਉਂ ਕੀਤਾ, ਕਲ ਅੰਮ੍ਰਿਤ ਛਕ ਲੈਂਦੇ ਆ ਤੇ ਰੱਬ ਨੂੰ ਖੇਡ ਬਣਾ ਛੱਡਿਆ ਹੈ। ਬਸ ਕੋਈ ਉਹਦੇ ਨਾਲ ਪਿਆਰ ਨਹੀਂ, ਬਸ ਉਹਦੇ ਚਿੰਨ੍ਹ ਧਾਰਨ ਕਰ ਲਏ ਗੁਰੂ ਦੇ, ਗੁਰੂ ਨਾਲ ਪਿਆਰ ਕੋਈ ਨਹੀਂ। ਅੱਜ ਦੇ ਦੀਵਾਨ 'ਚ ਇਤਨਾ ਹੀ। ਗੁਰੂ ਸਾਹਿਬ ਮਿਹਰਾਂ ਕਰਨ ਸਾਡੇ ਤੇ ਭਾਈ, ਇਕੱਲੇ ਧਾਰਮਿਕ ਚਿੰਨ੍ਹ ਨਾ ਹੋਣ ਸਾਡੇ, ਉਹਦੇ ਨਾਲ ਪਿਆਰ ਹੋਵੇ। ਇਹ ਨਹੀਂ ਗੁਰਬਾਣੀ ਦੇ ਅਰਥ ਕਰਨੇ, ਇਹ ਨਹੀਂ ਕਿ ਸਾਨੂੰ ਤਨਖਾਹ ਦਿੰਦੀ ਆ ਕਮੇਟੀ ਵਾਲੇ ਅਸੀਂ ਵੀ ਕਰਨੇ ਆ। ਇਹ ਤੁਹਾਡਾ ਕੰਮ ਵੀ ਹੈਗਾ ਭਾਈ, ਤੁਸੀਂ ਵੀ ਇਹਨੂੰ ਅਰਥ ਪੜ੍ਹਿਆ ਕਰੋ ਇਹਦੇ। ਇਹ ਇਕੱਲਾ ਪ੍ਰਚਾਰਕਾਂ 'ਤੇ ਨਾ ਛੱਡ ਦਿਓ ਵੀ ਇਹਨਾਂ ਨੇ ਅਰਥ ਪੜ੍ਹਨੇ ਆ ਬਾਣੀ ਦੇ, ਇਹ ਸੁਣਾ ਦੇਣਗੇ ਬਸ ਸੁਣ ਕੇ ਆਪਾਂ ਚਲੇ ਜਾਣਾ। ਅਤੇ ਤੁਹਾਡਾ ਵੀ ਕੰਮ ਆ ਇਹ, ਤੁਹਾਡਾ ਕੀ ਸਾਰਿਆਂ ਦਾ ਕੰਮ ਆ ਆਪਣਾ। ਇਹਨੂੰ ਸਮਝ ਕੇ ਪੜ੍ਹੋ ਭਾਈ, ਪੜ੍ਹ ਕੇ ਛੱਡਣ ਵਾਲੀ ਚੀਜ਼ ਨਹੀਂ ਬਾਣੀ। ਗੁਰੂ ਸਾਹਿਬ ਮਿਹਰਾਂ ਕਰਨ। ਆਓ ਇਕੱਠੇ ਬਹਿ ਕੇ 2 ਮਿੰਟ ਚੌਂਕੜਾ ਲਾ ਕੇ ਪੂਰੇ ਧਿਆਨ ਨਾਲ ਉਹ ਅਕਾਲ ਪੁਰਖ ਮੇਰੇ ਮਨ ਹਰ ਹਰ ਨਾਮ ਭਜੋ, ਉਹਦੀ ਯਾਦ ਵਿੱਚ ਬੈਠਣਾ ਕਰੀਏ। ਵਾਹਿਗੁਰੂ 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 ਵਾਹਿਗੁਰੂ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।